ਅੱਜ ਹੁਣ ਬੰਦਾ ਹੈਗਾ 40 ਸਾਲ ਦਾ, ਉਹਦੀ 50 ਸਾਲ ਦੀ ਉਮਰ ਤੱਕ ਸਿਪ ਕੈਲਕੂਲੇਟਰ ਕਰਕੇ ਗਰੋ ਦਾ ਐਂਜਲ ਬੰਦਾ ਸਾਰਿਆਂ ਦਾ ਹੈਗਾ 5000 ਰੁਪਏ ਦੀ ਅਮਾਊਂਟ ਅਸੀਂ ਲਗਾ ਰਹੇ ਹਾਂ 10 ਸਾਲ ਲਈ ਔਨ 20% ਸਾਲਾਨਾ ਰਿਟਰਨ। ਉਹਦਾ 5000 ਰੁਪਈਆ 19,11,000 ਰੁਪਈਆ ਬਣ ਜਾਂਦਾ 10 ਸਾਲ ਬਾਅਦ। ਹੁਣ ਜੌਬ ਕਰ ਰਹੇ ਨੇ ਜਾਂ ਜਿਨ੍ਹਾਂ ਕੋਲ ਹਾਲੇ ਪੈਸੇ ਇਕੱਠੇ ਨਹੀਂ ਹੋਏ ਨੇ ਉਹ ਕਿਵੇਂ ਕਰਨ? ਉਹ ਫਿਰ ਸਿਪ ਲਗਾ ਸਕਦੇ ਨੇ। ਸਿਪ ਦਾ ਮਤਲਬ ਹੁੰਦਾ ਹਰ ਮਹੀਨੇ ਇੱਕ ਡਿਜ਼ਾਇਰਡ ਅਮਾਊਂਟ ਤੁਸੀਂ ਕਹੀਏ ਉਹ ਉਸ ਫੰਡ 'ਚ ਲੱਗਦੀ ਰਹੇਗੀ। 100 ਰੁਪਏ ਤੋਂ ਸ਼ੁਰੂ ਹੁੰਦੀ ਹੈ, ਮਿਨੀਮਮ 100 ਰੁਪਏ ਤੋਂ। ਆਈ ਥਿੰਕ ਉਹ ਤਾਂ ਸਾਰਿਆਂ ਕੋਲ ਹਰ ਮਹੀਨੇ 100 ਰੁਪਇਆ ਤਾਂ ਈਜ਼ੀਲੀ ਬਚਾ ਹੀ ਲੈ। ਚੀਜ਼ ਸਮਝਣੀ ਪਊਗੀ ਕਿ ਜਿੰਨਾ ਰਿਸਕ ਤੁਸੀਂ ਲਓਗੇ ਉਨਾ ਰਿਵਾਰਡ ਪਾਓਗੇ। ਤਾਂ ਲੋਕਾਂ ਨੂੰ ਦਿੱਕਤ ਕਿੱਥੇ ਆਉਂਦੀ ਹੈ? ਲੋਕਾਂ 'ਚ ਜਿਨ੍ਹਾਂ 'ਚ ਲਾਲਚ ਬਹੁਤ ਵਧਿਆ ਹੁੰਦਾ ਨਾ ਕਿ ਮੈਂ ਬਸ ਇੰਨੇ ਕੀ ਲਾਵਾਂ ਅਤੇ ਬਹੁਤ ਸਾਰੇ ਕਮਾ ਲਵਾਂ, ਉਹ ਲੋਕ ਨੁਕਸਾਨ ਖਾਂਦੇ। ਜਿੰਨਾ ਕੁ ਲੋਕਾਂ ਨੇ ਹਵਾ ਬਣਾ ਰੱਖਿਆ ਕਿ ਕੋਈ ਪੈਸੇ ਨਹੀਂ ਬਣਾਉਂਦਾ, ਕੋਈ ਪੈਸੇ ਨਹੀਂ ਬਣਾਉਂਦਾ, ਇਸ ਹਿਸਾਬ ਨਾਲ ਸਟਾਕ ਮਾਰਕੀਟ ਹੁੰਦਾ ਬੰਦ ਹੋਏ ਬਹੁਤ ਸਾਲ ਹੋ ਜਾਣ। ਇੰਨੇ ਸਾਲਾਂ ਤੋਂ ਟ੍ਰੇਡਿੰਗ ਲੋਕ ਕਰਦੇ ਆ ਰਹੇ ਨੇ। ਰਾਕੇਸ਼ ਜੁੰਝਨਵਾਲਾ, ਕਿੰਨੇ ਸਾਰੇ, ਰਾਮਕ੍ਰਿਸ਼ਨ ਦਮਾਨੀ ਹੋ ਗਿਆ, ਅੰਬਾਨੀ, ਅਡਾਨੀ, ਸਭ ਸਟਾਕ ਮਾਰਕੀਟ 'ਚ ਜਾਂਦੇ ਨੇ। ਹੁਣ ਮੈਂ ਇਹਦੀ ਗੱਲ ਹੈ, ਜੇ ਕਿਸੇ ਨੇ ਇਹ ਦੇਖਣਾ ਹੋਵੇ ਕਿ ਇੱਕ ਬੈਂਕ ਇੱਕ ਮਿਊਚੁਅਲ ਫੰਡ ਤੋਂ ਕਿੰਨਾ ਕਮਾਉਂਦਾ, ਉਹਦੀ ਨਾ ਇੱਕ ਵੈਲਿਊ ਬਣਦੀ ਹੈ ਉੱਪਰ। HDFC ਦਾ ਹੈਗਾ ਇੱਕ ਫੰਡ, ਕੱਲ੍ਹ ਪਰਸੋਂ ਦੇਖ ਰਿਹਾ ਸੀ ਮੈਂ, ਫਲੈਕਸੀ ਕੈਪ ਹੈ, 72,402 ਕਰੋੜ ਦਾ ਹੈ। ਅੱਛਾ ਜੀ। ਉਹਦੀ ਐਕਸਪੈਂਸ ਰੇਸ਼ੀਓ ਹੈ 1%, 1.1, 1.2 ਕੈਲਕੂਲੇਸ਼ਨ ਲਈ ਆਪਾਂ 1 ਲਗਾ ਦਿੰਦੇ ਹਾਂ। ਤਾਂ 72,000 ਕਰੋੜ ਦਾ ਮਤਲਬ 700 ਕਰੋੜ ਰੁਪਈਆ, 720 ਕਰੋੜ ਰੁਪਇਆ ਬੈਂਕ ਉਸ ਮਿਊਚੁਅਲ ਫੰਡ ਤੋਂ ਕਮਾ ਰਿਹਾ। ਅਤੇ ਕੁਛ 8-9 ਪੈਰਾਮੀਟਰ ਨੇ ਜਿਨ੍ਹਾਂ 'ਤੇ ਤੁਸੀਂ ਇੱਕ ਮਿਊਚੁਅਲ ਫੰਡ ਨੂੰ ਤੋਲ ਸਕਦੇ ਹੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਕੀ ਹਾਲ ਹੈ ਸੰਦੀਪ? ਬਸ ਵਧੀਆ ਤੇ ਅੱਜ ਆਪਣਾ 6ਵਾਂ ਐਪੀਸੋਡ ਹੈ ਜੀ। ਤੇ ਮੈਨੂੰ ਲੱਗਦਾ ਕਿ ਇਸ ਤਰੀਕੇ ਨਾਲ ਕਾਊਂਟਿੰਗ ਵੱਧਦੀ ਜਾ ਰਹੀ ਹੈ। ਤੇ ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀਗੀ ਇਨਵੈਸਟਮੈਂਟ ਦੇ ਵਿੱਚ ਮਿਊਚੁਅਲ ਫੰਡ ਦੀ ਕੀਤੀ ਸੀ। ਜੀ। ਤੇ ਪਿਛਲੀ ਵਾਰੀ ਜਦੋਂ ਆਪਾਂ ਕਰਦੇ ਗੱਲ ਦੱਸਿਆ ਸੀ ਕਿ ਬਹੁਤ ਵੱਡਾ ਸਾਗਰ ਹੈ ਤੇ ਇਹਦੇ ਵਿੱਚੋਂ ਤਾਂ ਆਪਾਂ ਇੱਕ ਬੂੰਦ ਹੀ ਲਈ ਹੈ, ਕਿ ਉਹਦਾ ਹਾਲੇ ਇੰਟਰੋ ਹੀ ਦਿੱਤੀ ਸੀ। ਜੀ। ਤੇ ਅਗਰ ਐਜ਼ ਏ ਮਤਲਬ ਮਿਡਲ ਕਲਾਸ ਜਾਂ ਬੰਦਾ ਕਹਿੰਦਾ ਕਿ ਮੈਂ ਇੰਨੇ ਕਮਾਉਣਾ ਆ ਤੇ ਉਹਨੂੰ ਮੈਂ ਮਿਊਚੁਅਲ ਫੰਡ 'ਤੇ ਲਾਵਾਂ, ਇਨਵੈਸਟਮੈਂਟ ਲਾਵਾਂ, ਜਾਂ ਬੜੇ ਤਰ੍ਹਾਂ ਦੇ ਸਵਾਲ ਹੁੰਦੇ, ਆਪਾਂ ਵੈਸੇ ਵੀ ਗੱਲ ਕੀਤੀ ਹੈ ਸਾਰੇ। ਤੇ ਤੁਹਾਨੂੰ ਕੀ ਲੱਗਦਾ ਹੈ? ਤੁਸੀਂ ਵੈਸੇ ਪਿਛਲੇ ਐਪੀਸੋਡ 'ਚ ਇਹ ਵੀ ਕਿਹਾ ਸੀਗਾ ਕਿ ਹਰ ਬੰਦੇ ਨੂੰ ਇਨਵੈਸਟ ਕਰਨਾ ਚਾਹੀਦਾ, ਕਿ ਇਨਵੈਸਟਮੈਂਟ ਹੀ ਤੁਹਾਨੂੰ ਅੱਗੇ ਜਾ ਕੇ ਤੁਹਾਡਾ ਫਿਊਚਰ ਸਿਕਿਉਰ ਕਰਦੀ ਹੈ ਜੀ। ਤੇ ਇਨਵੈਸਟਮੈਂਟ ਬਾਰੇ ਹਾਲੇ ਵੀ ਲੋਕਾਂ ਦੇ ਬੜੇ ਭੁਲੇਖੇ ਆ। ਉਹ ਨਾ ਸ਼ੇਅਰ ਮਾਰਕੀਟ ਜਾਂ ਸਟਾਕ ਦੇ ਨਾਲ ਜੋੜ ਲੈਂਦੇ ਆ। ਪਹਿਲਾਂ ਤਾਂ ਸ਼ੁਰੂਆਤ ਤੁਸੀਂ ਉਹ ਦੱਸੋ ਕਿ ਬਈ ਹਰ ਚੀਜ਼ ਲੱਗਦੀ ਉੱਧਰ ਹੀ ਹੈ, ਜਿੱਦਾਂ ਤੁਸੀਂ ਕਿਹਾ ਘੁੰਮ ਫਿਰ ਕੇ ਗੱਲ ਤਾਂ ਉੱਥੇ ਹੋਣੀ ਹੈ ਵਾਲੀ, ਜਾਂ ਬੈਂਕਸ ਦਾ ਵੀ ਤੁਸੀਂ ਇਹੀ ਦੱਸਿਆ। ਕਿਸੇ ਨੂੰ ਕਰ ਲਓ, ਤੁਸੀਂ ਆਪ ਨੇ ਲਗਾ ਰਹੇ ਤਾਂ ਜਿਹੜਾ ਪੈਸਾ ਤੁਸੀਂ ਕਿਸੇ ਨੂੰ ਦਿੱਤਾ ਉਹ ਲਗਾ ਕੇ ਬੈਠਾ, ਠੀਕ ਹੈ ਨਾ? ਸਹੀ ਗੱਲ ਹੈ। ਤੇ ਉਹ ਜਿਹੜਾ ਵੀ ਹੈ, ਦੇਖੋ ਐਟ ਦੀ ਐਂਡ ਇੱਕ ਚੀਜ਼ ਸਮਝਣੀ ਪਊਗੀ ਕਿ ਜਿੰਨਾ ਰਿਸਕ ਤੁਸੀਂ ਲਓਗੇ ਉਨਾ ਰਿਵਾਰਡ ਪਾਓਗੇ। ਤਾਂ ਲੋਕਾਂ ਨੂੰ ਦਿੱਕਤ ਕਿੱਥੇ ਆਉਂਦੀ ਹੈ? ਲੋਕਾਂ 'ਚ ਜਿਨ੍ਹਾਂ 'ਚ ਲਾਲਚ ਬਹੁਤ ਵਧਿਆ ਹੁੰਦਾ ਨਾ ਕਿ ਮੈਂ ਬਸ ਇੰਨੇ ਕੀ ਲਾਵਾਂ ਅਤੇ ਬਹੁਤ ਸਾਰੇ ਕਮਾ ਲਵਾਂ, ਉਹ ਲੋਕ ਨੁਕਸਾਨ ਖਾਂਦੇ ਨੇ। ਜਿਹੜੇ ਲੋਕ ਸਿਸਟਮ ਨਾਲ ਚੱਲਦੇ ਨੇ, ਜਿਹੜੇ ਲੋਕ ਇੱਕ ਸਬਰ ਨਾਲ ਚੱਲਦੇ ਨੇ, ਪੇਸ਼ੈਂਸ ਨਾਲ ਚੱਲਦੇ ਨੇ, ਉਹ ਕਦੀ ਵੀ ਲੋਸ ਕਰਦੇ ਨਹੀਂ ਦਿਖਣਗੇ। ਜਿੰਨਾ ਕੁ ਲੋਕਾਂ ਨੇ ਹਵਾ ਬਣਾ ਰੱਖਿਆ ਕਿ ਕੋਈ ਪੈਸੇ ਨਹੀਂ ਬਣਾਉਂਦਾ, ਕੋਈ ਪੈਸੇ ਨਹੀਂ ਬਣਾਉਂਦਾ, ਇਸ ਹਿਸਾਬ ਨਾਲ ਸਟਾਕ ਮਾਰਕੀਟ ਹੁੰਦਾ ਬੰਦ ਹੋਏ ਬਹੁਤ ਸਾਲ ਹੋ ਜਾਣੇ ਚਾਹੀਦੇ। ਬਿਲਕੁਲ। ਇਹ ਇੰਨੇ ਸਾਲਾਂ ਤੋਂ ਕਿਉਂ ਚੱਲਦਾ ਆ ਰਿਹਾ? ਇੰਨੇ ਸਾਲਾਂ ਤੋਂ ਟ੍ਰੇਡਿੰਗ ਲੋਕੀ ਕਰਦੇ ਆ ਰਹੇ ਨੇ। ਰਾਕੇਸ਼ ਜੁੰਝਨਵਾਲਾ, ਕਿੰਨੇ ਸਾਰੇ, ਰਾਮਕ੍ਰਿਸ਼ਨ ਦਮਾਨੀ ਹੋ ਗਿਆ, ਅੰਬਾਨੀ, ਅਡਾਨੀ, ਸਭ ਸਟਾਕ ਮਾਰਕੀਟ 'ਚ ਜਾਂਦੇ ਨੇ। ਉਹਨਾਂ ਦਾ ਵੀ ਤਾਂ ਫਿਰ ਨੁਕਸਾਨ ਹੋਣਾ ਚਾਹੀਦਾ ਨਾ ਇਸ ਹਿਸਾਬ ਨਾਲ, ਤਾਂ ਜੇ ਸਾਰਿਆਂ ਦਾ ਹੀ ਹੁੰਦਾ। ਪ੍ਰੋਬਲਮ ਕੀ ਹੈ? ਐਜ਼ ਅ ਮਿਡਲ ਕਲਾਸ ਔਰ ਐਨ ਮਤਲਬ ਅੱਪਰ ਮਿਡਲ, ਲੋਅਰ ਮਿਡਲ, ਜਿਵੇਂ ਮਰਜ਼ੀ ਲਾ ਲਓ, ਜਿਹੜੇ ਹਮੇਸ਼ਾ ਇਸ ਵੇਲੇ ਮਿਹਨਤ ਕਰ ਰਹੇ ਨੇ ਦਿਨ ਰਾਤ ਕਿ ਅਸੀਂ ਪੈਸਾ ਔਰ ਆਪਣੀ ਲਾਈਫ ਵਧੀਆ ਕਰ ਸਕੀਏ, ਉਹ ਪੇਸ਼ੈਂਸ ਭੁੱਲ ਜਾਂਦੇ ਨੇ। ਉਹਨਾਂ ਨੂੰ ਸ਼ਾਰਟਕਟ ਦਿਖਦਾ ਮਾਰਕੀਟ, ਤਾਂ ਉਹਦਾ ਡਰ ਪੈਂਦਾ। ਦੇਖੋ, ਤੁਸੀਂ ਗੱਲ ਕਰਦੇ ਹੋ ਇਨਵੈਸਟਮੈਂਟ ਦੀ ਕਿਉਂ ਜ਼ਰੂਰੀ ਹੈ? ਕਿਸੇ 'ਚ ਵੀ ਕਰੋ। ਹੁਣ ਇਨਵੈਸਟਮੈਂਟ ਦੇ ਵਿੱਚ 3 ਤਰੀਕੇ ਹੋ ਜਾਂਦੇ ਨੇ। ਇੱਕ ਹੁੰਦਾ ਹਾਈ ਰਿਸਕ, ਇੱਕ ਹੁੰਦਾ ਮੀਡੀਅਮ ਰਿਸਕ, ਇੱਕ ਹੁੰਦਾ ਲੋ ਰਿਸਕ। ਠੀਕ ਹੈ ਜੀ। ਲੋ ਰਿਸਕ ਆ ਗਈ ਤੁਹਾਡੀ FD, ਸੋਨਾ, ਰੀਅਲ ਏਸਟੇਟ। ਠੀਕ ਹੈ ਜੀ। ਇਹ 3 ਟਰਮ ਦਾ, ਇਹ ਲੋ ਰਿਸਕ ਨੇ, ਤਾਂ ਹੀ ਸਾਡੇ ਤਾਂ ਵਾਹ ਇਹਨਾਂ ਦੀ ਉਹ ਹੁੰਦੀ ਹੈ ਕਿ ਸੋਨਾ ਲੈ ਲਓ, ਸੋਨਾ ਲੈ ਲਓ, ਜ਼ਮੀਨ ਲੈ ਲਓ, ਜ਼ਮੀਨ ਲੈ ਲਓ। ਠੀਕ ਹੈ ਨਾ ਜੀ।
ਤੇ ਹੁਣ FD ਕਰਾ ਲਓ। ਜੀ ਹੁਣ ਆਪਾਂ ਜੇ FD ਤੇ ਆਈਏ 7% 7.25% ਮਿਲਦੀ ਹੈ ਸੀਨੀਅਰ ਸਿਟੀਜ਼ਨ ਨੂੰ। 6.80 ਹੈ, ਮੈਂ ਕੱਲ ਪਰਸੋਂ ਪੁੱਛ ਕੇ ਆਇਆ। 3 ਸਾਲ ਲਈ ਤੁਹਾਡਾ ਪੈਸਾ ਲੌਕ ਹੈ। ਜੀ ਤੁਹਾਡਾ ਪੈਸਾ ਨਹੀਂ ਆ ਉਹ 3 ਸਾਲ ਲਈ। ਹੁਣ ਬੰਦਾ ਕਹਿੰਦਾ ਹੈ ਕਿ ਜਿਹਨੇ ਇੱਕ ਕਾਰਪਸ ਕਰਨਾ ਹੈ, ਕੋਈ ਉਹਨੂੰ ਵਧੀਆ ਰਿਵਾਰਡ ਮਿਲੇ ਕਿ ਕੱਲ ਨੂੰ ਆਈਫੋਨ ਖਰੀਦ ਸਕੇ, ਠੀਕ ਹੈ ਨਾ। ਤਾਂ ਇਹ ਤਾਂ ਹੈ ਨਹੀਂ ਕਿ 7% ਦੀ ਰਿਟਰਨ ਤੇ ਉਹ ਆਈਫੋਨ ਲੈ ਸਕਦਾ। 3 ਸਾਲ ਬਾਅਦ ਵੀ ਕੁਝ ਨਹੀਂ ਮਿਲਣਾ। ਲੱਖ ਰੁਪਏ ਦੇ ਤੁਸੀਂ ਅਗਰ ਆਪਾਂ 7% ਲਾ ਕੇ ਚੱਲੀਏ ਤਾਂ ਕਿ 7,000 ਹੋ ਗਿਆ, 7 ਜਾਂ 21,000 ਹੋ ਗਿਆ। 1 ਲੱਖ ਰੁਪਏ ਦਾ 1,21,000 ਬਣਿਆ 3 ਸਾਲ ਬਾਅਦ, ਠੀਕ ਹੈ ਜੀ। 3 ਸਾਲ ਦੇ ਵਿੱਚ ਮਹਿੰਗਾਈ ਇੰਨੀ ਵੱਧ ਜਾਣੀ, ਉਹੀ ਚੀਜ਼ 1.5 ਲੱਖ ਦੀ ਹੋਣੀ ਹੈ। FD ਨਹੀਂ ਦੇਖੋ, ਜਿਹਦੇ 'ਚ ਰਿਸਕ ਘੱਟ ਹੋਊਗਾ, ਕਿਉਂਕਿ ਹੁਣ FD ਰਿਸਕ ਫਰੀ ਹੈ ਤਾਂ ਹੀ ਰਿਟਰਨ ਉਹੋ ਜਿਹੀ ਹੈ, ਠੀਕ ਹੈ ਨਾ। ਉਹਦਾ ਹੋ ਸਕਦਾ ਜਿਹੜੇ ਬੰਦੇ ਸੇਫ ਗਾਰਡ ਕਰਕੇ ਐਕਸਟਰਾ ਪੈਸੇ, ਜਦੋਂ ਇੱਕ ਬਹੁਤ ਵੱਡਾ ਕਾਰਪਸ ਬਣ ਜਾਂਦਾ। ਕਾਰਪਸ ਮੈਂ ਕਹਿੰਦਾ ਕੈਪੀਟਲ, ਇਕੱਠਾ ਪੈਸਾ ਤੁਹਾਡੇ ਕੋਲ ਪਿਆ 20-30 ਲੱਖ ਰੁਪਏ ਪਿਆ, ਤੁਸੀਂ ਉਹਦੀ FD ਕਰ ਲਈ 7 ਜਾਂ 21, ਮਤਲਬ 2 ਲੱਖ ਰੁਪਈਆ ਤੁਹਾਨੂੰ ਸਾਲ ਦਾ ਆਉਣਾ ਜੀ। ਉਹਨੂੰ ਡਿਵਾਈਡਡ ਬਾਈ 12 ਕਰ ਲਓ, ਪਰ ਮੰਥ ਤੁਸੀਂ ਉਨਾ ਪੈਸਾ FD 'ਚ ਲੈ ਸਕਦੇ ਹੋ। ਬਿਲਕੁਲ ਉਹੋ ਜਿਹੇ ਸਿਸਟਮਾਂ ਦੇ ਵਿੱਚ FD ਸਮਝ ਆਉਂਦੀ ਹੈ। ਸੋਨਾ ਸਿੱਕਾ ਲੈ ਲਓ, ਫਿਰ ਦਿਖਾ ਨਹੀਂ ਸਕਦੇ, ਲੋਕਰ 'ਚ ਪਿਆ। ਅੱਛਾ, ਸੋਨਾ ਲੈ ਲਿਆ, ਜਦੋਂ ਸੋਨੇ ਦਾ ਤੁਸੀਂ ਹਾਇਰ ਰੇਟ ਤੇ ਵੇਚਿਆ, ਉਹ ਵੇਚ ਕੇ ਜੇ ਤੁਸੀਂ ਕੁਝ ਹੋਰ ਲੈਂਦੇ ਹੋ ਤਾਂ ਫਾਇਦਾ ਨਾ। ਨਹੀਂ 10 ਤੋਲਾ ਸੋਨਾ ਵੇਚਿਆ, 10 ਹੀ ਖਰੀਦ ਸਕਦੇ ਨਾ, 11 ਤਾਂ ਖਰੀਦ ਨਹੀਂ ਸਕਦੇ, ਫਿਰ ਵਧਿਆ ਕੀ। ਬਿਲਕੁਲ। ਤੇ ਰੀਅਲ ਐਸਟੇਟ ਦੇ ਵਿੱਚ ਕੀ ਹੈ, ਰੀਅਲ ਐਸਟੇਟ 'ਚ ਲਿਕੁਇਡਿਟੀ ਰਿਸਕ ਬਹੁਤ ਰਹਿੰਦਾ। ਆਪਾਂ ਇਨਵੈਸਟਮੈਂਟ ਕਰਦੇ ਹਾਂ ਕਿ ਐਮਰਜੈਂਸੀ 'ਚ ਕਦੀ ਲੋੜ ਪੈ ਜੇ ਤਾਂ ਮੈਂ ਉਹ ਪੈਸਾ ਬਚਾ ਕੇ ਰੱਖਿਆ ਹੋਇਆ। ਬਿਲਕੁਲ। ਅੱਜ ਲੋੜ ਪਈ, ਅੱਜ ਤੁਹਾਨੂੰ ਮਿਲਣਾ ਹੀ ਨਹੀਂ, ਕਿਹਨੇ ਦੇਣੇ ਨੇ। ਪਲਾਟ ਕਿਤੇ ਮਹੀਨੇ 2-3 ਮਹੀਨੇ ਲੱਗ ਜਾਂਦੇ ਨੇ, ਵਧੀਆ ਕਿਸਮਤ ਹੋਵੇ ਤਾਂ। ਵਧੀਆ, ਸਹੀ ਗੱਲ, ਠੀਕ ਹੈ ਨਾ। ਅੱਛਾ, ਜਦੋਂ ਫਸੀ 'ਚ ਹੁੰਦੇ ਹੋ ਤਾਂ ਰੇਟ ਨਹੀਂ ਮਿਲਦੇ। ਫਿਰ ਆ ਜਾਂਦਾ ਮੀਡੀਅਮ ਰਿਸਕ। ਮੀਡੀਅਮ ਰਿਸਕ 'ਚ ਆਉਂਦਾ ਤੁਹਾਡਾ ਮਿਊਚੁਅਲ ਫੰਡ, ELSS। ਤਾਂ ਇਹਦੇ ਅੰਦਰ ਜਿਹੜੇ ਟਰਮਸ ਹੈ, ਇਹ ਕੀ ਨੇ, ਗਵਰਨਮੈਂਟ ਬੇਸਡ ਸਕੀਮਸ ਨੇ। ਸਰਕਾਰ ਨੇ ਕੁਝ ਸਕੀਮਾਂ ਬਣਾਤੀਆਂ ਲੋਕਾਂ ਲਈ ਕਿ ਤੁਸੀਂ ਆਪ ਨਹੀਂ ਆ ਸਕਦੇ, ਤੁਸੀਂ ਨਹੀਂ ਇਨਵੈਸਟ ਕਰ ਸਕਦੇ, ਤਾਂ ਅਸੀਂ ਸਿਸਟਮ ਬਣਾ ਦਿੰਦੇ ਜਿਹਦੇ ਥਰੂ ਤੁਸੀਂ ਡਰਾਈਵਰ ਰੱਖ ਲਿਆ, ਬਸ ਤੁਹਾਡਾ ਗੱਡੀ ਚਲਾਉਣ ਨੂੰ, ਤੁਸੀਂ ਐਂ ਸਮਝ ਲਓ ਤੁਹਾਨੂੰ ਗੱਡੀ ਆਪ ਨਹੀਂ ਚਲਾਉਣੀ ਆਉਂਦੀ, ਡਰਾਈਵਰ ਰੱਖਿਆ ਹੋਇਆ, ਠੀਕ ਹੈ ਨਾ। ਤਾਂ ਇਹ ਹੈਗਾ ਤੁਹਾਡਾ ਮਿਊਚੁਅਲ ਫੰਡ। ਉਹਦੇ ਅੰਦਰ ਤੁਹਾਡਾ ਹੁਣ ਉਹਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ, ਤਾਂ ਤੁਸੀਂ ਆਪਣੇ ਹਿਸਾਬ ਨਾਲ ਚੂਜ਼ ਕਰ ਸਕਦੇ ਹੋ। ਹੁਣ ਜਿਵੇਂ ਤੁਸੀਂ ਕਿਹਾ ਕਿ ਜਿਹਦੇ ਕੋਲ ਘੱਟ ਪੈਸੇ ਨੇ, ਜਿਹਦੇ ਕੋਲ 100 ਹੈ, ਉਹਦੀ ਲਾਈਫ ਦੀ ਅਪਗ੍ਰੇਡੇਸ਼ਨ ਵੀ ਫਿਰ ਉਸੇ ਹਿਸਾਬ ਨਾਲ ਹੋਊਗੀ ਨਾ। ਪੈਸਾ ਤਾਂ ਉਸੇ ਤਰੀਕੇ ਨਾਲ ਵਧਣਾ। ਪੈਸਾ ਕਿਸ ਤੇ ਤੁਸੀਂ ਲਗਾਇਆ ਉਸ ਹਿਸਾਬ ਨਾਲ ਨਹੀਂ ਵੱਧਦਾ, ਤੁਸੀਂ ਕਿੰਨਾ ਲਗਾਇਆ ਉਹ ਵੱਧਦਾ। ਕਿਸੇ ਦੀ 10% ਦੀ ਰਿਟਰਨ ਹੈ, ਉਹ ਇਸ ਤੇ ਨਹੀਂ ਲੱਗੂਗੀ ਤੁਸੀਂ ਕਿਸ ਤੇ ਲਾ ਗਏ। 100 ਰੁਪਇਆ ਲਾਇਆ, ਉਸ ਤੇ 10% ਦੀ ਰਿਟਰਨ ਹੈ। ਤੁਸੀਂ ਲੱਖ ਰੁਪਇਆ ਲਾਇਆ, ਉਸ ਤੇ 10% ਦੀ ਰਿਟਰਨ ਹੈ। ਪੈਸਾ ਹਰ ਲੈਵਲ ਤੇ ਇੱਕੋ ਹੀ ਤਰੀਕੇ ਨਾਲ ਵਧਣਾ। ਇਹ ਨਹੀਂ ਹੈਗਾ ਕਿ ਕਿਸੇ ਦਾ 5,000 ਰੁਪਇਆ ਲਾਇਆ ਹੋਇਆ ਤਾਂ ਉਹ 10,000 ਹੋ ਗਿਆ, ਤੇ ਕਿਸੇ ਦਾ ਲੱਖ ਲਾਇਆ ਉਹ ਵਧੇ ਨਹੀਂ, ਠੀਕ ਹੈ ਨਾ। ਜੇ ਸੇਮ ਤੁਸੀਂ ਸਿਸਟਮ ਲਾ ਰਹੇ ਹੋ, ਗਰੋਥ ਸਾਰਿਆਂ ਦੀ ਸੇਮ ਹੀ ਹੋਊਗੀ। ਇਸੇ ਕਰਕੇ ਮੈਂ ਕਰਦਾ ਹੁੰਦਾ ਕਿ ਪਰਸੈਂਟੇਜ 'ਚ ਗੱਲ ਕਰੀਏ ਤਾਂ ਬੈਟਰ ਰਹਿੰਦਾ ਹੈ, ਸਮਝਣਾ ਸੌਖਾ ਰਹਿੰਦਾ। ਬਿਲਕੁਲ, ਠੀਕ ਹੈ ਨਾ ਜੀ। ਹੁਣ ਅਸੀਂ ਇਸ ਤੋਂ ਬਾਅਦ ਚੱਲੀਏ ਕਿ ਮੀਡੀਅਮ ਰਿਟਰਨ ਦਾ ਵੀ ਜਿਹੜਾ ਆਉਂਦਾ ਮਿਊਚੁਅਲ ਫੰਡ। ਮਿਊਚੁਅਲ ਫੰਡ ਕੀ ਹੈ? ਮਿਊਚੁਅਲ ਫੰਡ ਦੇ ਅੰਦਰ ਇਹਨਾਂ ਨੂੰ ਸਬ ਕੈਟੇਗਰੀ 'ਚ ਵੱਢਿਆ ਹੋਇਆ। ਇੱਕ ਹੁੰਦੀ ਹੈ ਐਕੁਇਟੀ, ਇੱਕ ਹੁੰਦਾ ਡੈਟ, ਇੱਕ ਹੁੰਦੀ ਹੈ ਹਾਈਬ੍ਰਿਡ, ਠੀਕ ਹੈ ਜੀ। ਐਕੁਇਟੀ ਦਾ ਮਤਲਬ ਹੈ ਕਿ ਤੁਸੀਂ ਮਿਊਚੁਅਲ ਫੰਡ ਖਰੀਦਿਆ, ਉਹ ਮਿਊਚੁਅਲ ਫੰਡ ਕੀ ਹੁੰਦਾ। ਹੁਣ ਮਿਊਚੁਅਲ ਫੰਡ ਥੋੜਾ ਜਿਹਾ ਟੈਕਨੀਕਲ ਹੋਊਗਾ, ਥੋੜਾ ਜਿਹਾ, ਠੀਕ ਹੈ। ਇਹਦੇ ਵਿੱਚ ਕੀ ਹੈ ਕਿ ਅਸੀਂ ਇੱਕ ਫੰਡ ਮੈਨੇਜਰ ਰੱਖਿਆ ਜਾਂਦਾ, ਜਿੱਦਾਂ ਦੱਸਿਆ ਸੀ ਪਿਛਲੀ ਵਾਰ, ਹਾਂ, ਠੀਕ ਹੈ ਨਾ। ਉਹ ਫੰਡ ਮੈਨੇਜਰ ਮੈਨੇਜ ਕਰ ਰਿਹਾ। ਹੁਣ ਉਹਦੀ ਇੱਕ ਥਿਊਰੀ ਹੁੰਦੀ ਹੈ, ਉਹਦੀ ਇੱਕ ਚੱਲਦੀ ਹੈ। ਇਕੁਇਟੀ ਮਿਊਚੁਅਲ ਫੰਡ ਦੇ ਵਿੱਚ ਕੀ ਕਰੂਗਾ, ਉਹ ਸਾਰਾ ਪੈਸਾ ਤੁਹਾਡਾ ਸ਼ੇਅਰ ਮਾਰਕੀਟ ਦੇ ਵਿੱਚ ਸਿੱਧਾ ਲਗਾ ਦੇਗਾ। ਅੱਛਾ, ਤੁਸੀਂ ਉਹਨੂੰ, ਹੁਣ ਕੀ ਹੁੰਦਾ, ਉਹਨਾਂ ਨੇ ਮਿਊਚੁਅਲ ਫੰਡ ਬਣਾ ਰੱਖਿਆ, ਉਹਨਾਂ ਕੋਲ 50 ਕੰਪਨੀਆਂ ਨੇ, ਤੁਸੀਂ ਕਹੋ ਉਹਦੇ ਵਿੱਚ MRF ਵੀ ਹੋ ਸਕਦੀ ਹੈ, ਉਸ 'ਚ ਰਿਲਾਇੰਸ ਵੀ ਹੋ ਸਕਦੀ ਹੈ, ਉਸ 'ਚ ਸਾਰੀਆਂ ਕੰਪਨੀਆਂ ਦਾ ਇੱਕ ਅਲੱਗ ਦਾ ਇੱਕ ਬੰਡਲ ਬਣਾਇਆ ਹੁੰਦਾ ਇੱਕ ਫੰਡ ਮੈਨੇਜਰ ਨੇ। ਬਲਕਿ ਹੁਣ ਅਸੀਂ ਉਹਦੀ ਦੇਖਦੇ ਹਾਂ ਕਿ ਇਹਨੇ ਕਿਹੋ ਜਿਹੀਆਂ ਕੰਪਨੀਆਂ ਖਰੀਦੀਆਂ ਨੇ, ਸਾਨੂੰ ਵਧੀਆ ਲੱਗਦਾ, ਅਸੀਂ ਉਸ 'ਚ ਪੈਸੇ ਲਗਾ ਦਿੰਦੇ ਹਾਂ। ਫਿਰ ਕੀ ਹੁੰਦਾ, ਸਾਡਾ ਪੈਸਾ ਉਹ ਸਾਰੇ ਸਟਾਕਸ ਦੇ ਵਿੱਚ ਹਿੱਸਿਆਂ 'ਚ ਵੰਡਿਆ ਜਾਂਦਾ। ਉੱਦਾਂ ਦਾ ਸਾਨੂੰ ਇੱਕ ਪੂਰਾ ਖਰੀਦਣਾ ਪੈਂਦਾ। ਮਿਊਚੁਅਲ ਫੰਡ ਦੇ ਵਿੱਚ ਹੁੰਦਾ 0.00 ਕਰਕੇ ਕੁਝ ਹਿੱਸੇ ਮਿਲ ਜਾਂਦੇ। ਉਹ ਪੋਰਟਫੋਲੀਓ ਦੇ ਵਿੱਚ ਤੁਸੀਂ ਪੁਆਇੰਟਾਂ 'ਚ ਖਰੀਦ ਸਕਦੇ ਹੋ। ਕ੍ਰਿਪਟੋ ਵਾਲੇ ਲੋਕੀ ਜਿਹੜੇ ਨੇ ਉਹਨਾਂ ਨੂੰ ਪਤਾ ਹੋਊਗਾ, ਉਹ ਮਿਲ ਜਾਂਦਾ 0.001, 0.1, ਤੇ ਉਹ ਹਿੱਸਿਆਂ 'ਚ ਮਿਲ ਜਾਂਦਾ।
ਹੁਣ ਉਵੇਂ ਹੀ ਤੁਸੀਂ ਇਕੁਇਟੀ ਦੇ ਵਿੱਚ ਤੁਸੀਂ ਫਿਰ MRF ਵਗੈਰਾ ਵਰਗੀਆਂ ਕੰਪਨੀਆਂ 'ਚ ਵੀ ਇਨਵੈਸਟ ਕਰ ਸਕਦੇ ਹੋ ਥਰੂ ਮਿਊਚੁਅਲ ਫੰਡ। ਓਕੇ, ਅੱਛਾ। ਫਿਰ ਆਉਂਦਾ ਡੈਟ। ਹੁਣ ਹਰ ਕੰਪਨੀ ਜਾਂ ਹਰ ਕਿਸੇ ਕੰਮ ਦੇ ਲਈ ਸਟਾਕ ਮਾਰਕੀਟ 'ਚੋਂ ਪੈਸਾ ਨਹੀਂ ਲਿੱਤਾ ਜਾ ਸਕਦਾ। ਓਕੇ। ਸਟਾਕ ਮਾਰਕੀਟ ਦੇ ਵਿੱਚ ਕੰਪਨੀਆਂ ਆਉਂਦੀਆਂ ਨੇ ਪੈਸਾ ਰੇਜ਼ ਕਰਨ, ਕਿ ਉਹਨਾਂ ਨੇ ਆਪਣਾ ਹਿੱਸਾ ਬਾਜ਼ਾਰ 'ਚ ਦਿੱਤਾ, ਉਸ 'ਚੋਂ ਪੈਸਾ ਆਇਆ, ਉਹਦੇ ਨਾਲ ਪਬਲਿਕ ਫੰਡ ਤੋਂ ਪੈਸਾ ਲੈ ਕੇ ਉਹਨਾਂ ਨੇ ਕੰਮ ਕੀਤਾ। ਹੁਣ ਕਦੀ ਕਦੀ ਕੀ ਹੁੰਦਾ, ਕੋਈ ਸ਼ਾਰਟ ਟਰਮ ਗੋਲ ਹੋ ਸਕਦਾ, ਕੋਈ ਥੋੜ੍ਹਾ ਜਿਹਾ ਲੌਂਗ ਟਰਮ ਹੋ ਸਕਦਾ, ਜਿਹਦੇ ਲਈ ਪੈਸਾ ਚਾਹੀਦਾ ਹੁੰਦਾ, ਲਈ ਉਹ ਡੈਟ ਇੰਸਟਰੂਮੈਂਟ ਬਣਾ ਦਿੰਦੇ ਨੇ। ਡੈਟ ਮਤਲਬ ਉਧਾਰੀ। ਓਕੇ, ਉਹ ਪਬਲਿਕ ਤੋਂ ਉਧਾਰੀ ਮੰਗਦੇ ਨੇ। ਅੱਛਾ। ਸਰਕਾਰ ਵੀ ਮੰਗਦੀ ਹੈ, ਕੰਪਨੀਆਂ ਵੀ ਮੰਗਦੀਆਂ ਨੇ। ਉਹਦੇ ਵਿੱਚ ਵੀ ਫਿਰ ਮਿਊਚੁਅਲ ਫੰਡ ਬਣ ਜਾਂਦਾ ਹੈ। ਤੁਸੀਂ ਡੈਟ ਇੰਸਟਰੂਮੈਂਟ ਦੇ ਵਿੱਚ ਸਿੱਧਾ ਇਨਵੈਸਟ ਕਰ ਸਕਦੇ ਹੋ। ਜਿਵੇਂ ਲੈਟਸ ਸੇ ਸਰਕਾਰ ਨੇ ਕੋਈ ਸੋਲਰ ਪ੍ਰੋਜੈਕਟ ਲਾਣਾ, ਉਹਨਾਂ ਨੂੰ ਉਹਦੇ ਲਈ ਡੈਟ ਫੰਡ, ਉਹਨਾਂ ਨੇ ਡੈਟ ਬਣਾਤਾ। ਉਹਦੇ ਵਿੱਚ ਕੀ ਹੈ, ਡੈਟ ਇਕੁਇਟੀ ਨਾਲੋਂ ਥੋੜਾ ਜਿਹਾ ਜ਼ਿਆਦਾ ਸੇਫ ਹੈ। ਓਕੇ, ਠੀਕ ਹੈ, ਰਿਟਰਨ ਥੋੜੀ ਜਿਹੀ ਘੱਟ ਮਿਲਦੀ ਹੈ, ਪਰ ਉਹਦੇ ਵਿੱਚ ਹੈ ਕਿ ਜੇ ਤੁਸੀਂ, ਤੁਹਾਡੀ ਜਿਵੇਂ ਸਰਕਾਰ ਹੈ, ਉਹ ਤਾਂ ਡੁੱਬੇਗੀ ਨਹੀਂ, ਤਾਂ ਤੁਹਾਡੀ ਕੈਪੀਟਲ ਸੇਵ ਰਹਿੰਦੀ ਹੈ, ਔਰ ਫਿਕਸਡ ਵਰਗੀ ਇੱਕ ਤੁਹਾਨੂੰ ਰਿਟਰਨ ਮਿਲਦੀ ਰਹਿੰਦੀ ਹੈ। ਓਕੇ, FD ਨਾਲੋਂ ਵਧੀਆ, ਮਿਊਚੁਅਲ ਫੰਡ ਨਾਲੋਂ ਘੱਟ ਵਿੱਚ ਦਾ ਰਸਤਾ ਹੈ। ਓਕੇ। ਹੁਣ ਇਹਦੇ ਵਿੱਚ ਰਿਸਕ ਕਿੱਥੇ ਆਉਂਦਾ, ਜੇ ਇਹਦੇ ਵਿੱਚ ਵੀ ਲਾਲਚ ਕਰੋ ਤਾਂ। ਅੱਛਾ। ਜੇ ਤੁਸੀਂ ਡੈਟ ਦੇ ਪਿੱਛੇ ਉਹੋ ਜਿਹੀਆਂ ਕੰਪਨੀਆਂ ਨੂੰ ਡੈਟ ਦੇ ਦਿਓ ਜਿਨ੍ਹਾਂ ਦਾ ਕੋਈ ਦੀਨ-ਮਾਨ ਹੈ ਨਹੀਂ। ਦੇਖੋ, ਲਿਸਟ ਤਾਂ ਕੰਪਨੀਜ਼ ਕਰਦੀਆਂ ਹੀ ਨੇ। ਉਹਨਾਂ ਨੇ ਕਿਸੇ ਪ੍ਰੋਜੈਕਟ ਲਈ ਕੀਤਾ, ਨਹੀਂ ਚੱਲਿਆ, ਬੰਦ ਹੋ ਗਈ ਕੰਪਨੀ, ਤਾਂ ਤੁਹਾਡਾ ਪੈਸਾ ਰਿਸਕ ਤੇ ਆ ਸਕਦਾ। ਇਹ ਇੱਕ ਡੈਟ ਇੰਸਟਰੂਮੈਂਟ 'ਚ ਰਿਸਕ ਹੁੰਦਾ। ਪਰ ਜੇ ਤੁਸੀਂ ਸਰਕਾਰ 'ਚ ਲਗਾ ਲਿਆ ਜਾਂ ਵਧੀਆ ਕੰਪਨੀ ਨੂੰ ਡੈਟ ਦਿੱਤਾ, ਤਾਂ ਤੁਸੀਂ FD ਤੋਂ ਜ਼ਿਆਦਾ ਰਿਟਰਨ ਤੇ ਸਟਾਕ ਮਾਰਕੀਟ ਨਾਲੋਂ ਸੇਫਰ ਰਿਟਰਨਸ ਲੈ ਸਕਦੇ ਹੋ। ਕਿੰਨੀ ਕੁ % ਹੁੰਦਾ ਫਿਰ ਵੀ ਇਹਦਾ? 8, 9, 10 ਤੱਕ ਅੱਛਾ, ਮਿਲ ਜਾਂਦਾ ਹੈ। ਓਕੇ। ਅਲੱਗ ਉਹਨਾਂ ਡਿਪੈਂਡ ਹੁੰਦਾ, ਫਿਕਸਡ ਦਿਖ ਜਾਂਦਾ। ਓਕੇ। ਕਿਉਂਕਿ ਉਹੀ ਹੈ ਨਾ, ਰਿਸਕ ਘੱਟ, ਰਿਵਾਰਡ। ਪਰ ਇਹ ਕਿ FD ਨਾਲੋਂ ਥੋੜਾ ਜਿਹਾ ਜ਼ਿਆਦਾ, 2-3%। ਹਾਂ, 2-3% ਉਹਨੇ ਐਵਰੇਜ ਆ, ਜ਼ਿਆਦਾ ਵੀ ਹੋ ਸਕਦਾ। ਉਹ ਡਿਪੈਂਡ ਕਰਦਾ ਤੁਹਾਨੂੰ ਕਿਹੋ ਜਿਹਾ ਡੈਟ ਸਟਰਕਚਰ ਮਿਲ ਰਿਹਾ ਜੀ। ਠੀਕ ਹੈ ਨਾ। ਕੋਈ ਵਧੀਆ ਕੰਪਨੀਜ਼ ਹੁੰਦੀਆਂ ਨੇ, ਕੁਝ ਜਿਹੜੀਆਂ ਹੈਗੀਆਂ ਨੇ, ਕੁਝ ਕੰਪਨੀਜ਼ ਅੱਛੀਆਂ ਚੱਲ ਜਾਂਦੀਆਂ, ਉਹਨਾਂ ਦਾ ਡੈਟ ਮੈਂ ਕਾਫੀ ਅੱਛੀ ਰਿਟਰਨ ਵੀ ਦੇਖਿਆ ਨੇ। ਓਕੇ। ਠੀਕ ਹੈ ਜੀ। ਫਿਰ ਆ ਜਾਂਦਾ ਹਾਈਬ੍ਰਿਡ। ਹਾਈਬ੍ਰਿਡ ਐਲੀਮੈਂਟ ਕੀ ਹੈ ਕਿ ਤੁਸੀਂ ਉਹਦੇ ਵਿੱਚ ਕੁਛ ਪੈਸਾ ਤੁਹਾਡਾ ਆਲਮੋਸਟ ਮੈਕਸਿਮਮ 80% ਇਕੁਇਟੀ, 20% ਡੈਟ, ਦੋਨਾਂ ਦੇ ਮਿਕਸਚਰ 'ਚ ਇਨਵੈਸਟਮੈਂਟ ਹੁੰਦੀ ਆ। ਓਕੇ। ਮਤਲਬ ਇਹ ਤੁਸੀਂ ਐਂ ਲਾ ਲਓ ਕਿ 80% ਤੋਂ ਜ਼ਿਆਦਾ ਇਕੁਇਟੀ ਨਹੀਂ ਖਰੀਦ ਸਕਦਾ ਫੰਡ ਮੈਨੇਜਰ। ਉਸ ਤੋਂ ਘੱਟ ਜ਼ਰੂਰ ਖਰੀਦ ਸਕਦਾ, ਪਰ ਉਹਨੂੰ ਕੁਛ ਨਾ ਕੁਛ ਡੈਟ ਦਾ ਲੈ ਕੇ ਰੱਖਣਾ ਪਊਗਾ। ਇਹ ਹੁੰਦੇ ਨੇ ਹੁਣ 3 ਤਰੀਕੇ ਤੁਹਾਡੇ ਮਿਊਚੁਅਲ ਫੰਡ ਦੇ। ਠੀਕ ਹੈ ਜੀ। ਇਸ ਤੋਂ ਬਾਅਦ ਆ ਜਾਂਦਾ ETF। ਉਹ ਉਹਨੂੰ ਕਹਿੰਦੇ ਆ ਐਕਸਚੇਂਜ ਟ੍ਰੇਡਡ ਫੰਡਸ। ਮਿਊਚੁਅਲ ਫੰਡ ਸ਼ਾਮ ਨੂੰ 3:30 ਵਜੇ ਐਗਜ਼ੀਕਿਊਟ ਹੁੰਦਾ। ਜੇ ਸਵੇਰੇ ਮਾਰਕੀਟ ਥੱਲੇ ਸੀ ਔਰ ਤੁਸੀਂ ਉਹਨੂੰ ਦੇਖ ਕੇ ਮਿਊਚੁਅਲ ਫੰਡ 'ਚ ਐਂਟਰ ਕਰ ਲਿਆ, ਪਰ ਤੁਸੀਂ ਉਸ ਤੋਂ ਬਾਅਦ ਇਹ ਦੇਖਿਆ ਕਿ ਸ਼ਾਮ ਨੂੰ ਤੁਸੀਂ ਸਵੇਰੇ ਐਗਜ਼ੀਕਿਊਟ ਕਰਤਾ, ਨੀਚੇ ਗਿਰੇ ਹੋ ਬਾਜ਼ਾਰ 'ਚ, ਪਰ ਜੇ ਸ਼ਾਮ ਨੂੰ ਬਾਜ਼ਾਰ ਉੱਠ ਗਿਆ ਔਰ ਉਹ ਫੰਡ ਮਹਿੰਗਾ ਹੋ ਚੁੱਕਾ, ਤੁਹਾਨੂੰ ਮਹਿੰਗੇ ਰੇਟ ਤੇ ਹੀ ਮਿਲੂਗਾ। ਸਵੇਰ ਦਾ ਨਹੀਂ ਹੋਊਗਾ, ਨਾ ਸ਼ਾਮ ਦਾ ਰੇਟ। ਮਿਊਚੁਅਲ ਫੰਡ ਹਮੇਸ਼ਾ ਐਂਡ ਆਫ ਡੇ ਤੇ ਕਲੋਜ਼ ਕਰਦਾ ਤੁਹਾਡੀ ਪੋਜੀਸ਼ਨ। ETF ਕੀ ਹੁੰਦਾ ਹੈ, ਐਕਸਚੇਂਜ ਟ੍ਰੇਡਡ ਫੰਡਸ ਹੈ, ਐਕਸਚੇਂਜ ਸਟਾਕ ਐਕਸਚੇਂਜ ਤੇ ਜਿਹੜਾ ਫੰਡ ਟ੍ਰੇਡ ਹੋ ਰਿਹਾ ਉਹ ਉਸੇ ਵਕਤ ਐਗਜ਼ੀਕਿਊਟ ਹੋਊਗਾ। ਓਕੇ। ਉਹਦਾ ਚਾਰਟ ਸਟਾਕ ਮਾਰਕੀਟ ਵਾਂਗੂ ਹੀ ਚੱਲ ਰਿਹਾ ਹੁੰਦਾ। ਠੀਕ ਹੈ ਨਾ ਜੀ। ਉਹ ਹੁੰਦਾ ਐਕਸਚੇਂਜ ਟ੍ਰੇਡਡ ਫੰਡ। ਠੀਕ ਹੈ। ਮਿਊਚੁਅਲ ਫੰਡ ਤੇ ਐਕਸਚੇਂਜ ਟ੍ਰੇਡਡ ਫੰਡ ਦੇ ਵਿੱਚ ਖਰਚਿਆਂ ਦਾ ਫਰਕ ਪੈ ਜਾਂਦਾ। ETF ਕਈ ਨੇ ਜੋ ਰਿਟਰਨਸ ਬਹੁਤ ਵਧੀਆ ਦਿੰਦੇ ਨੇ। ਮਿਊਚੁਅਲ ਫੰਡਸ ਕੁਛ ਨੇ ਜਿਹੜੇ ਅੱਛੇ ਰਿਟਰਨਸ ਦਿੰਦੇ ਨੇ, ਪਰ ਉਹਨਾਂ ਦੇ ਵਿੱਚ ਖਰਚੇ ਲੱਗੇ ਹੁੰਦੇ ਨੇ। 2 ਖਰਚੇ ਹੁੰਦੇ ਨੇ। ਇੱਕ ਹੁੰਦਾ ਹਰ ਸਾਲ ਇੱਕ ਛੋਟੀ ਜਿਹੀ ਫੀਸ ਲਿੱਤੀ ਜਾਂਦੀ ਹੈ ਮਿਊਚੁਅਲ ਫੰਡ ਤੋਂ ਤੁਹਾਡਾ ਪੋਰਟਫੋਲੀਓ ਮੈਨੇਜ ਕਰਨ ਦੀ। ਫੰਡ ਮੈਨੇਜਰ ਦਾ ਖਰਚਾ ਹੁਣ ਕਿਤੋਂ ਤਾਂ ਕੱਢਣਾ ਹੀ ਹੈ। ਇੱਕ ਆਉਂਦੀ ਹੈ ਐਗਜ਼ਿਟ ਰੇਸ਼ੀਓ। ਐਗਜ਼ਿਟ ਰੇਸ਼ੀਓ ਹੁੰਦੀ ਹੈ ਕਿ ਜਦੋਂ ਤੁਸੀਂ ਪੈਸਾ ਕੱਢਿਆ ਉਦੋਂ ਕੁਛ ਪਰਸੈਂਟੇਜ ਦਾ ਚਾਰਜ ਲੈਂਦੇ ਨੇ ਉਹ ਪੈਸੇ, ਤੁਹਾਡਾ ਪੈਸਾ ਤੁਹਾਨੂੰ ਵਾਪਸ ਕਰਨ ਦਾ। ਅੱਛਾ। ਉਹਨੂੰ ਐਗਜ਼ਿਟ ਰੇਸ਼ੀਓ ਕਿਹਾ ਜਾਂਦਾ। ਹੁਣ ਇਹਦੇ ਵਿੱਚ ਕੀ ਹੈ ਕਿ ਬਹੁਤ ਸਾਰੀਆਂ ਕੰਪਨੀਆਂ ਐਗਜ਼ਿਟ ਰੇਸ਼ੀਓ ਇਸ ਕਰਕੇ ਲਾਉਂਦੀਆਂ ਤਾਂ ਕਿ ਲੋਕੀ ਪਾਈ ਜਾਣ, ਕੱਢੀ ਜਾਣ, ਨਾ ਕਰਨ। ਰੀਜ਼ਨ ਵੀ ਉਹਨਾਂ ਕੋਲ ਕਿਹੜਾ ਹਰ ਵੇਲੇ ਪੈਸਾ ਰਹਿੰਦਾ, ਉਹਨਾਂ ਨੇ ਤਾਂ ਲਗਾ ਰੱਖਿਆ, ਹਰ ਕੋਈ ਇਹ ਨਹੀਂ ਕਰ ਰਿਹਾ, ਤਾਂ ਉਹਨਾਂ ਨੂੰ ਵੀ ਫਿਰ ਪੈਸਾ ਐਵੇਂ ਚਾਹੀਦਾ ਕਿ ਉਹਨਾਂ ਕੋਲ ਹੋਵੇ ਤਾਂ ਕਿ ਓਪਰਚੁਨਿਟੀ ਤੇ ਖੇਡ ਸਕੇ ਫੰਡ ਮੈਨੇਜਰ। ਤਾਂ ਇਸ ਕਰਕੇ ਇੱਕ ਐਗਜ਼ਿਟ ਰੇਸ਼ੀਓ ਰਸਤੇ 'ਚ ਲਗਾ ਦਿੰਦੇ ਨੇ। ਉਹ ਕੁਝ ਕੰਪਨੀਆਂ ਸਿਰਫ ਸਾਲ ਤੱਕ ਰੱਖਦੀਆਂ ਨੇ, ਕੁਝ 2 ਤੱਕ ਰੱਖਦੀਆਂ, ਕੁਝ 3 ਸਾਲ ਤੱਕ ਰੱਖਦੀਆਂ ਨੇ। ਜੇ ਉਸ ਤੋਂ ਉੱਪਰ ਹੋਲਡ ਕਰੋ ਤਾਂ ਉਹ ਹਟ ਜਾਂਦੀ ਹੈ।
ਐਕਸਪੈਂਸ ਰੇਸ਼ੀਓ ਫਿਕਸਡ ਹੁੰਦੀ ਹੈ। ਹੁਣ ਮੈਂ ਇਹਦੀ ਗੱਲ ਜੇ ਕਿਸੇ ਨੇ ਇਹ ਦੇਖਣਾ ਹੋਵੇ ਕਿ ਇੱਕ ਬੈਂਕ ਇੱਕ ਮਿਊਚੁਅਲ ਫੰਡ ਤੋਂ ਕਿੰਨਾ ਕਮਾਉਂਦਾ ਹੈ, ਉਹਦੀ ਨਾ ਇੱਕ ਵੈਲਿਊ ਬਣਦੀ ਹੈ ਉੱਪਰ ਓਕੇ ਕਿ ਇਸ ਟੋਟਲ ਫੰਡ ਦੀ ਕਿਆ ਵੈਲਿਊ ਹੈ, ਮਤਲਬ ਕਿੰਨਾ ਪੈਸਾ ਇਸ ਫੰਡ ਦੇ ਵਿੱਚ ਲੱਗਿਆ ਹੋਇਆ। HDFC ਦਾ ਹੈਗਾ ਇੱਕ ਫੰਡ, ਕੱਲ ਪਰਸੋਂ ਦੇਖ ਰਿਹਾ ਸੀ ਮੈਂ, ਫਲੈਕਸੀ ਕੈਪ ਹੈ, 72,402 ਕਰੋੜ ਦਾ ਹੈ ਉਹ। ਅੱਛਾ ਜੀ। ਉਹਦੀ ਐਕਸਪੈਂਸ ਰੇਸ਼ੀਓ ਹੈ 1%, 1.1 1.2, ਕੈਲਕੂਲੇਸ਼ਨ ਲਈ ਆਪਾਂ 1 ਲਗਾ ਲੈਂਦੇ ਹਾਂ, ਤਾਂ 72,000 ਕਰੋੜ ਦਾ ਮਤਲਬ 700 ਕਰੋੜ ਰੁਪਈਆ, 720 ਕਰੋੜ ਰੁਪਇਆ ਬੈਂਕ ਉਸ ਮਿਊਚੁਅਲ ਫੰਡ ਤੋਂ ਕਮਾ ਰਿਹਾ। ਔਰ ਇਹੋ ਜਿਹੇ ਉਹਨਾਂ ਦੇ ਪਤਾ ਨਹੀਂ ਕਿੰਨੇ ਫੰਡਸ ਨੇ। ਤਾਂ ਤੁਸੀਂ ਇਹ ਸੋਚੋ ਕਿ ਸਟਾਕ ਮਾਰਕੀਟ ਦੇ ਵਿੱਚ ਇਨਵੈਸਟਮੈਂਟ ਤੁਹਾਡੀ ਕਰਵਾ ਕੇ ਉਹ ਕਿੰਨਾ ਪੈਸਾ ਕਮਾ ਰਹੇ ਨੇ। ਉਹਨਾਂ ਦਾ ਤਾਂ ਨੁਕਸਾਨ ਹੀ ਨਹੀਂ ਹੁੰਦਾ ਫਿਰ। ਸਹੀ ਗੱਲ। ਤੇ ਉਹ ਐਵਰੇਜ ਵੈਲਿਊਜ਼ ਹਰ ਸਟਾਕ ਦੀਆਂ ਅਲੱਗ-ਅਲੱਗ ਹੁੰਦੀਆਂ ਨੇ। ਐਕਸਪੈਂਸ ਰੇਸ਼ੀਓ ਆਉਂਦਾ ਉਹ ਸਾਰਿਆਂ ਦਾ 1% 1.5% ਦਾ ਸਾਲਾਨਾ ਖਰਚਾ। ETF ਦੇ ਵਿੱਚ ਐਗਜ਼ਿਟ ਨਹੀਂ ਲੱਗੀ ਹੁੰਦੀ ਕਿਉਂਕਿ ਤੁਸੀਂ ਕਦੀ ਵੀ ਐਂਟਰ ਔਰ ਐਗਜ਼ਿਟ ਕਰ ਸਕਦੇ ਹੋ, ਐਕਸਚੇਂਜ ਤੇ ਟ੍ਰੇਡ ਹੋ ਰਿਹਾ। ਠੀਕ ਹੈ। ਔਰ ETF ਦੀ ਐਕਸਪੈਂਸ ਰੇਸ਼ੀਓ ਆਲਮੋਸਟ ਹਾਫ ਹੁੰਦੀ ਹੈ ਮਿਊਚੁਅਲ ਫੰਡ ਨਾਲੋਂ, ਹਾਫ ਜਾਂ ਹਾਫ ਤੋਂ ਘੱਟ ਹੁੰਦੀ ਹੈ। ਤਾਂ ਜਿਹੜੇ ਲੋਕੀ ਨਹੀਂ ਦੇਣਾ ਚਾਹੁੰਦੇ ਜ਼ਿਆਦਾ ਪੈਸਾ ਐਕਸਪੈਂਸ ਰੇਸ਼ੀਓ ਦਾ, ਜਾਂ ਜਿਨ੍ਹਾਂ ਨੂੰ ਜਲਦੀ ਪੈਸਾ ਜਾਂ ਸ਼ਾਰਟ ਟਰਮ ਵਾਲਾ ਚਾਹੀਦਾ ਹੈ, ਉਹ ETF ਦੇ ਵਿੱਚ ਦੇਖ ਸਕਦੇ ਨੇ। ਠੀਕ ਹੈ। ਤਾਂ ਇਹ ਤੁਹਾਡਾ ਹੋ ਗਿਆ ਫਸਟ 2 ਟਾਈਪਸ। ਫਿਰ ਆ ਜਾਂਦੇ ਨੇ ਕੋਈ ਗੋਲ ਓਰੀਐਂਟਡ, ਜਿਵੇਂ ਰਿਟਾਇਰਮੈਂਟ ਫੰਡ, ਬੱਚੇ ਦਾ ਕਾਲਜ ਫੰਡ, ਤਾਂ ਉਹੋ ਜਿਹੇ ਵੀ ਇੱਕ ਪਲਾਨਸ ਬਣਾਏ ਹੋਏ ਨੇ। ਉਹ ਫਿਰ ਇਹ ਫੰਡ ਮੈਨੇਜਰਸ ਉਵੇਂ ਹੀ ਰੱਖੇ ਜਾਂਦੇ ਨੇ ਜੋ ਤੁਹਾਡਾ ਪੈਸਾ ਉਸ ਹਿਸਾਬ ਨਾਲ ਰੱਖਦੇ ਨੇ ਜਿਸ 'ਚ ਲੌਕ ਇਨ ਹੋ ਜਾਂਦਾ। ਅੱਛਾ, ਉਹ ਉਨੇ ਟਾਈਮ ਤੱਕ, ਹਾਂ ਉਨੇ ਟਾਈਮ ਨਾਲ ਲੌਕ ਇਨ ਰੱਖ ਲੈਂਦੇ ਨੇ ਕਿ ਤੁਸੀਂ ਜਿਵੇਂ ਰਿਟਾਇਰਮੈਂਟ ਪਲਾਨ ਲੈ ਲਿਆ ਉਹਨਾਂ ਨੇ, 20 ਸਾਲ। ਹਾਂ ਉਹ ਫਿਰ ਉਸ ਹਿਸਾਬ ਨਾਲ ਉਹਨਾਂ ਨੇ ਸਕੀਮਾਂ ਬਣਾ ਰੱਖੀਆਂ, ਉਹਨਾਂ ਨੇ ਗੋਲ ਬਣਾਤਾ ਕਿ ਤੁਸੀਂ ਐਂਡ ਤੇ ਕੀ ਚਾਹੁੰਦੇ ਹੋ। ਉਸ ਤੋਂ ਬਾਅਦ ਸਭ ਤੋਂ ਥੱਲੇ ਆ ਜਾਂਦਾ ਹੈ ਤੁਹਾਡਾ ELSS, ਐਕੁਇਟੀ ਲਿੰਕਡ ਸੇਵਿੰਗਸ ਸਕੀਮ, ਆਈ ਥਿੰਕ ਆਹੀ ਹੈ। ਉਹ ਹੁੰਦਾ ਟੈਕਸ ਵਗੈਰਾ ਬਚਾਉਣ ਲਈ। ਹੁਣ ਇਹ ਸਾਰੀ ਜਿਹੜੀ ELS ਦੇ ਵਿੱਚ ਹੁੰਦਾ ਹੈ ਉਹ ਮੋਸਟਲੀ 3 ਸਾਲ ਦੇ ਲੌਕ ਇਨ ਤੇ ਹੁੰਦੀ ਹੈ। ਕੁਛ ਮਿਊਚੁਅਲ ਫੰਡਸ, ਹੁਣ ਫਰਕ ਕੀ ਆ ਜਾਂਦਾ, ਮਿਊਚੁਅਲ ਫੰਡ ਦੇ ਵਿੱਚ ਲੌਕ ਇਨ ਕੁਛ 'ਚ ਹੁੰਦਾ ਕੁਛ 'ਚ ਨਹੀਂ ਹੁੰਦਾ। ਮੀਨਸ ਮਾਰਕੀਟ ਨੀਚੇ ਦੇ ਪੈਸੇ ਨਾ ਕਢਾਓ, ਮਾਰਕੀਟ ਉੱਪਰ ਦੇ ਕਢਾ ਤਾਂ ਕਦੀ ਵੀ ਕਢਾ ਸਕਦੇ ਹੋ। ETF 'ਚ ਸੇਮ ਹੈ, ਕਦੀ ਵੀ ਕਢਾ ਦਿਓ ਤਾਂ ਤੁਸੀਂ ਘੰਟੇ ਬਾਅਦ ਵੀ ਕਢਾ ਸਕਦੇ ਹੋ। ਬਿਲਕੁਲ ਠੀਕ ਹੈ ਜੀ। ਸੇਮ ਲੌਕ ਇਨ ਆ ਗਿਆ ਤੁਹਾਡਾ ਗੋਲ ਓਰੀਐਂਟਡ, ਲੌਕ ਇਨ ਆ ਗਿਆ ELSS। ਠੀਕ ਹੈ ਨਾ ਜੀ। ਹੁਣ ਜਿਹੜੇ ਵੀ ਬੰਦੇ ਆਉਂਦੇ ਨੇ ਉਸ ਤੋਂ ਬਾਅਦ ਹੁਣ ਪੈਸੇ ਹੈ ਨਹੀਂ, ਕੀ ਕਰੀਏ, ਇਨਵੈਸਟ ਕਿਵੇਂ ਕਰੀਏ। SIP ਫਿਰ ਬਣਾਤਾ, ਇੱਕ ਹੋਰ ਐਲੀਮੈਂਟ ਬਣਾਤਾ ਇਹਦੇ ਵਿੱਚ, SIP। ਹਾਂ, ਇਹ ਕਾਫੀ ਬੈਂਕਸ ਵਿੱਚ ਵੀ ਆਫਰ ਕਰਦੇ ਨੇ, ਸਾਰੇ ਅੱਖਰ ਵਰਤਦੇ ਨੇ SIP। ਹਾਂ, ਇਹਦੇ ਬਾਰੇ ਦੱਸੋ ਇਹ ਕੀ ਹੈ। SIP ਬੇਸਿਕਲੀ ਪੇਮੈਂਟ ਕਰਨ ਦਾ ਤਰੀਕਾ ਹੈ। ਮਿਊਚੁਅਲ ਫੰਡ ਨੂੰ, ETF ਨੂੰ ਪੇ ਕਰਨ ਦਾ ਇੱਕ ਤਰੀਕਾ ਹੈ। ਓਕੇ। ਜਾਂ ਤਾਂ ਤੁਹਾਡੇ 2 ਆਪਸ਼ਨ ਹੈ। ਲੰਮਸਮ, ਤੁਸੀਂ ਪੈਸੇ ਇਕੱਠੇ ਕੀਤੇ ਹੋਏ ਨੇ, ਤੁਸੀਂ ਇੱਕੋ ਵਾਰ ਦੇ ਵਿੱਚ ਪੈਸਾ ਲਗਾਤਾ। ਹੁਣ ਜੌਬ ਕਰ ਰਹੇ ਨੇ ਜਾਂ ਜਿਨ੍ਹਾਂ ਕੋਲ ਹਾਲੇ ਪੈਸੇ ਇਕੱਠੇ ਨਹੀਂ ਹੋਏ ਨੇ, ਓਕੇ, ਉਹ ਕਿਵੇਂ ਕਰਨ, ਉਹ ਫਿਰ SIP ਲਗਾ ਸਕਦੇ ਨੇ। SIP ਦਾ ਮਤਲਬ ਹੁੰਦਾ ਹਰ ਮਹੀਨੇ ਇੱਕ ਡਿਜ਼ਾਇਰਡ ਅਮਾਊਂਟ ਤੁਸੀਂ ਕਹੀਏ ਉਹ ਉਸ ਫੰਡ 'ਚ ਲੱਗਦੀ ਰਹੇਗੀ। ਤਾਂ ਕਦੀ ਤੁਸੀਂ ਇੱਥੇ ਖਰੀਦ ਸਕਦੇ ਹੋ, ਕਦੀ ਇੱਥੇ ਖਰੀਦਿਆ ਜਾਂਦਾ, ਕਦੀ ਇੱਥੇ ਤਾਂ ਰੈਗੂਲਰਲੀ ਹਰ ਮੰਥ ਫੰਡ ਮੈਨੇਜਰ ਤੁਹਾਡੇ ਲਈ ਸ਼ੇਅਰਸ ਖਰੀਦਦਾ ਰਹਿੰਦਾ ਆਫ ਵਾਟ ਐਵਰ ਅਮਾਊਂਟ ਯੂ ਗਿਵ ਹਿਮ ਐਵਰੀ ਮੰਥ। ਤੁਸੀਂ ਇੱਕ ਪੈਸਾ ਦੇਤਾ ਉਹਨੂੰ, ਉਹ ਹਰ ਮਹੀਨੇ ਖਰੀਦਦਾ ਰਹਿੰਦਾ ਫਿਰ ਉਹਦੇ ਨਾਲ। ਤੇ ਉਹ ਕਿੰਨੇ ਟਾਈਮ ਲਈ ਹੋਣਾ ਚਾਹੀਦਾ, ਉਹ ਪੀਰੀਅਡ ਤੁਸੀਂ ਡਿਸਾਈਡ ਕਰੋ। ਉਹ ਮਿਨੀਮਮ ਕਿੰਨਾ ਹੋ ਸਕਦਾ ਜਾਂ ਮੈਕਸਿਮਮ ਕਿੰਨਾ ਮਹੀਨੇ 'ਚ ਕਰ ਲਓ ਮੇਰੇ ਹਿਸਾਬ ਨਾਲ। ਜੇ ਤਾਂ ਦੇਖੋ ਮਿਊਚੁਅਲ ਫੰਡ ਜਾਂ ETF ਵਗੈਰਾ ਵਰਗੀਆਂ ਜਿਹੜੀਆਂ ਚੀਜ਼ਾਂ ਨੇ, ਇਹ ਲੌਂਗ ਟਰਮ ਦੀ ਗੇਮ ਹੈ। ਲੌਂਗ ਟਰਮ ਦੇ ਵਿੱਚ ਫਾਇਦਾ ਮਿਲਦਾ। ਤੁਸੀਂ ਉਹ ਪੈਸਾ ਜਿਹੜਾ ਤੁਹਾਡਾ ਯੂਜ਼ ਨਹੀਂ ਹੈ, ਉਹਦੇ ਵਿੱਚੋਂ ਤੁਸੀਂ ਜੇ ਇਨਵੈਸਟਮੈਂਟ ਕਰਨੀ ਸ਼ੁਰੂ ਕਰ ਦਿਓ, ਜਿਹੜਾ ਇੱਕ ਐਕਸਟਰਾ ਫੰਡ ਆਪਾਂ ਕੱਢ ਲੈਂਦੇ ਹਾਂ, ਉਹਦੀ ਇੱਕ SIP ਸ਼ੁਰੂ ਕਰ ਲਓ। 100 ਰੁਪਏ ਤੋਂ ਸ਼ੁਰੂ ਹੁੰਦੀ ਹੈ, ਮਿਨੀਮਮ 100 ਰੁਪਏ ਤੋਂ। ਆਈ ਥਿੰਕ ਉਹ ਤਾਂ ਸਾਰਿਆਂ ਕੋਲ ਹਰ ਮਹੀਨੇ 100 ਰੁਪਇਆ ਤਾਂ ਹਾਂ ਈਜ਼ੀਲੀ ਬਚਾ ਹੀ ਲੈਂਦਾ। 1000 ਕਈ 10,000 ਵੀ, ਮੈਂ ਤਾਂ ਕਹਿੰਦਾ 100 ਰੁਪਏ ਵੀ ਬਚਾ ਤਾਂ ਸਕਦਾ ਨਾ। ਸ਼ੁਰੂ ਤਾਂ ਕਰੇ, ਅੱਜ 100 ਹੈ, ਹਰ ਮਹੀਨੇ ਉਹਨੂੰ ਇੱਕ ਥੋੜਾ ਵਧਾਉਣ ਦੀ ਕੋਸ਼ਿਸ਼ ਕਰੇ। 100, 110, 120 ਕਰਦੇ ਕਿਉਂਕਿ ਜਦ ਤੱਕ ਸ਼ੁਰੂ ਨਹੀਂ ਹੋਊਗਾ ਤਦ ਤੱਕ ਕੁਛ ਨਹੀਂ ਹੋਣ ਵਾਲਾ। ਤੇ ਜੇ ਉਹ 100 ਰੁਪਏ ਤੋਂ ਸ਼ੁਰੂ ਕਰਦਾ ਹੈ ਤਾਂ ਉਹ SIP ਫਿਰ ਹੌਲੀ ਹੌਲੀ ਹਰ ਮੰਥ ਤੁਸੀਂ ਉਹਨਾਂ ਨੂੰ ਪੈਸੇ ਦਿੰਦੇ ਰਹਿੰਦੇ ਹੋ, ਉਹ ਹੌਲੀ ਹੌਲੀ ਫੰਡ ਤੁਸੀਂ ਕਰਦੇ ਰਹਿੰਦੇ ਨੇ।
ਤੇ ਤਾਂ ਤੁਸੀਂ ਦੇਖਦੇ ਹੋ 5 ਸਾਲ ਬਾਅਦ 10 ਸਾਲ ਬਾਅਦ ਫਿਰ ਉਹ ਬਹੁਤ ਵੱਡਾ ਹੋ ਜਾਂਦਾ। ਹੁਣ ਜਿਨ੍ਹਾਂ ਨੂੰ ਸੁਪਨੇ ਦੇਖਣ ਦਾ ਮਜ਼ਾ ਆਉਂਦਾ, ਇਹਦੇ ਵਿੱਚ ਤੁਸੀਂ 5000 ਰੁਪਏ ਦੀ ਸਿਪ ਸ਼ੁਰੂ ਕਰ ਦਿਓ। ਸਿਪ ਕੈਲਕੂਲੇਟਰ ਹੈਗੇ ਨੇ ਆਨਲਾਈਨ, ਹਰ ਕੋਈ ਜਾ ਸਕਦਾ। ਮੰਥਲੀ ਜੇ ਆਪਾਂ 5000 ਦਿੰਦੇ ਹਾਂ, ਮੰਥਲੀ 5000 ਰੁਪਏ ਦਿੰਦੇ ਆ, ਸਾਲ ਦਾ ਹੁੰਦਾ 60000 ਰੁਪਇਆ, 10 ਸਾਲ ਦਾ ਹੁੰਦਾ 6 ਲੱਖ ਰੁਪਇਆ। ਹੁਣ ਉਸ ਤੇ ਥੱਲੇ ਇੱਕ ਰਿਟਰਨ ਹੁੰਦੀ ਹੈ। ਜੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਆਪਣਾ ਪੈਸਾ ਮੈਨੇਜ ਕਰ ਸਕਦੇ ਹੋ ਤਾਂ ਤੁਹਾਨੂੰ 20-30% ਪੈਸਾ ਤੁਹਾਨੂੰ ਰਿਟਰਨ 20% ਦੀ ਰਿਟਰਨ ਅੱਛੀ ਮਿਲ ਸਕਦੀ ਹੈ। ਤੇ ਜੇ ਤੁਸੀਂ 10 ਸਾਲ ਲਈ 5000 ਦੀ ਸਿਪ ਕਰਦੇ ਹੋ ਤਾਂ ਜੇ ਆਪਾਂ ਹੁਣੇ ਕੈਲਕੂਲੇਟ ਮੈਂ ਤੁਹਾਨੂੰ ਕਰਕੇ ਦੱਸਾਂ ਔਨ ਐਨ ਐਵਰੇਜ 10 ਸਾਲ ਜੇ ਆਪਾਂ 5000 ਦੀ ਸਿਪ 5000 ਰੁਪਇਆ ਅਸੀਂ ਲਗਾਉਣਾ। ਅੱਜ ਹੁਣ ਬੰਦਾ ਹੈਗਾ 40 ਸਾਲ ਦਾ, ਉਹਦੀ 50 ਸਾਲ ਦੀ ਉਮਰ ਤੱਕ, ਠੀਕ ਹੈ ਜੀ। 50 ਸਾਲ ਦੀ ਉਮਰ ਦੇ ਵਿੱਚ ਉਹਦੇ ਕੋਲ ਤੁਸੀਂ ਐਂ ਜਾਓ ਸਿਪ ਕੈਲਕੂਲੇਟਰ ਕਰਕੇ, ਗਰੋ ਦਾ ਐਂਜਲ ਬੰਦਾ ਸਾਰਿਆਂ ਦਾ ਹੈਗਾ, ਮੈਂ ਲਿੰਕ ਦੇ ਦੂੰਗਾ, ਦੂਜਾ ਪਾ ਦੇਣਾ। ਆਪਾਂ ਨੂੰ ਕਿਹੜਾ ਉਹਨਾਂ ਨੇ ਸਪੋਂਸਰ ਨਹੀਂ ਕੀਤਾ ਹੈਗਾ, ਆਪਾਂ ਸਿਰਫ ਆਪਾਂ ਉਹਨਾਂ ਨੂੰ ਹਾਂ ਜੋ ਕਰਦੇ ਨੇ। 5000 ਰੁਪਏ ਦੀ ਅਮਾਊਂਟ ਅਸੀਂ ਲਗਾ ਰਹੇ ਹਾਂ 10 ਸਾਲ ਲਈ ਔਨ 20% ਸਾਲਾਨਾ ਰਿਟਰਨ। ਤੁਹਾਡਾ 5000 ਰੁਪਇਆ 19,11,000 ਰੁਪਇਆ ਬਣ ਜਾਂਦਾ 10 ਸਾਲ ਬਾਅਦ। ਅੱਛਾ 5000 ਰੁਪਏ ਦੀ ਸਿਪ 10 ਸਾਲ ਬਾਅਦ ਤੁਹਾਨੂੰ 13,11,818 ਰੁਪਏ ਐਕਸਟਰਾ ਮਿਲਦੇ ਨੇ। ਹੁਣ ਇਹਦੇ ਵਿੱਚ ਘੱਟ ਵੱਧ ਵੀ ਹੋ ਸਕਦਾ ਉਹਨਾਂ ਨਾਲ ਇਹ ਹੁਣ ਜਿਵੇਂ ਹੁਣ CAGR ਹੈ, ਜਿਵੇਂ HDFC ਫਲੈਕਸੀ ਫੰਡ ਦੀ ਇੱਕ CAGR ਆਉਂਦੀ ਹੈ, ਕਿਊਮੂਲੇਟਿਵ ਐਨੂਅਲ ਗ੍ਰੋਸ ਰਿਟਰਨ। ਇਹਦੇ ਵਿੱਚ ਅਗਰ ਤੁਸੀਂ ਦੇਖੋ ਨਾ ਤਾਂ ਉਹ ਸਾਲਾਨਾ ਦੱਸਦੇ ਨੇ। ਥੋੜੇ ਜਿਹੇ ਜਿਹੜੇ ਰਿਸਕੀ ਹੁੰਦੇ ਨੇ ਉਹ 25, 26, 34, 35 ਤੱਕ ਵੀ ਦੇ ਦਿੰਦੇ ਨੇ। ਹੈਗੇ ਨੇ ਜਿਨ੍ਹਾਂ ਨੇ ਦਿੱਤੀ ਹੈ 15, 16, 20 ਤੱਕ ਮਿਲ ਜਾਂਦਾ ਇਫ ਯੂ ਆਰ ਵੈਰੀ ਗੁੱਡ। ਜੇ ਤੁਸੀਂ ਚੰਗੀ ਤਰ੍ਹਾਂ ਸਟੱਡੀ ਕਰਕੇ ਚੰਗੀ ਤਰ੍ਹਾਂ ਦੇਖ ਕੇ ਜੇ ਮਿਊਚੁਅਲ ਫੰਡ ਲਿੱਤਾ ਹੈ ਤਾਂ ਇੰਨਾ ਪੈਸਾ ਤੁਹਾਨੂੰ 20% ਤੱਕ ਈਜ਼ੀਲੀ ਮਿਲ ਜਾਂਦਾ, ਠੀਕ ਹੈ ਨਾ ਜੀ। ਹੁਣ ਜਿਨ੍ਹਾਂ ਨੇ ਕਰੋੜ ਦਾ ਦੇਖਣਾ ਹੈ, ਇਹੀ ਹੁਣ ਲੋਕੀ ਕਹਿੰਦੇ ਨੇ 1-ਅੱਧੇ% ਨਾਲ ਕੀ ਫਰਕ ਪੈਂਦਾ। 20% ਹੈ ਜੇ ਤਾਂ 20% ਤੇ ਬੰਦਾ ਹੈ ਤੁਹਾਡਾ 20% ਤੇ ਤੁਹਾਡਾ ਬੰਦਾ 19 ਲੱਖ, 21% ਤੇ 21 ਲੱਖ ਹੋ ਜਾਂਦਾ, 25% ਤੇ 26 ਲੱਖ ਹੋ ਜਾਂਦਾ। ਅੱਛਾ ਉਹੀ ਚੀਜ਼ ਮਤਲਬ ਜੇ ਆਪਾਂ 10,000 ਕਰ ਰਹੇ ਹਾਂ ਤਾਂ ਉਹ ਡਬਲ ਹੋ ਜਾਊਗਾ। ਹਾਂਜੀ, ਜੇ ਆਪਾਂ 10,000 ਕਰ ਰਹੇ ਹਾਂ, ਕੋਈ ਵੀ ਇਸ ਤੇ ਜਾ ਸਕਦਾ, ਸਿਪ ਕੈਲਕੂਲੇਟਰ ਤੇ ਲਗਾ ਸਕਦਾ ਹੈ। ਪਲੱਸ ਇਹਦੇ ਵਿੱਚ ਕੰਪਾਊਂਡਿੰਗ ਹੋਏਗੀ, ਤੁਸੀਂ ਹੌਲੀ ਹੌਲੀ ਆਪਣਾ ਪੈਸਾ ਵੀ ਵਧਾਓਗੇ। ਜੇ ਤੁਸੀਂ 10,000 ਰੁਪਏ ਦੀ 10 ਸਾਲ ਲਈ ਸਿਪ ਕਰਦੇ ਹੋ ਔਰ ਉਹਦੇ ਤੇ 30% ਮਿਲਦਾ ਵਿੱਚ ਤਾਂ ਤੁਹਾਡਾ 12 ਲੱਖ ਦੀ ਇਨਵੈਸਟਮੈਂਟ 75 ਲੱਖ ਰੁਪਇਆ ਮਿਲ ਜਾਂਦੀ ਹੈ। ਇੰਨੀ ਹੋ ਜਾਂਦੀ ਹੈ? ਯੈਸ। ਤੇ ਜਿਹੜੇ ਇੱਕ ਅੱਛਾ ਸੇਵਿੰਗਸ ਜਿਵੇਂ ਆਪਣੇ ਖਾਤਿਆਂ 'ਚ ਅਸੀਂ 10-10, 20-20 ਹਜ਼ਾਰ ਰੁਪਇਆ ਰੱਖ ਲੈਂਦੇ ਆ, ਤੇ ਜੇ ਤੁਸੀਂ 20,000 ਇਹਦਾ ਰਿਸਕ ਕਿੰਨਾ ਕੁ ਹੁੰਦਾ ਹੈ? ਮਤਲਬ ਦੇਖੋ ਇਹਦੇ ਵਿੱਚ ਰਿਸਕ ਦੇ ਵਿੱਚ ਕੀ ਹੁੰਦਾ, ਕਿਉਂਕਿ ਇਹ ਫਿਕਸਡ ਕੋਈ ਹੈ ਨਹੀਂ, ਤਾਂ ਇਹ ਹੋ ਸਕਦਾ ਕਿ 30% ਤੁਹਾਨੂੰ 20 ਹੋ ਗਿਆ, 25 ਹੋ ਗਿਆ। ਤੁਹਾਡੀ ਮੋਸਟਲੀ ਤਾਂ ਨਹੀਂ ਕਿ 5 ਰਹਿ ਜਾਊਗਾ? ਨਹੀਂ, ਬਹੁਤ ਔਖਾ ਹੁੰਦਾ। ਰੀਜ਼ਨ ਜੇ ਤੁਸੀਂ ਇੱਕ ਕਾਰਪਸ ਦੇਖਿਆ ਜਿਹਨੇ ਨਿਫਟੀ 50 ਚ ਲਗਾ ਰੱਖਿਆ, ਉਹ ਹਿੰਦੁਸਤਾਨੀਆਂ ਟੌਪ 50 ਕੰਪਨੀਆਂ, ਮਾਰਕੀਟ ਨੂੰ ਬਹੁਤ ਥੱਲੇ ਤੱਕ ਗਿਰਨਾ ਪਏਗਾ ਔਰ ਲਗਾਤਾਰ ਗਿਰਨਾ ਪਏਗਾ ਕਿ ਤੁਹਾਡਾ ਕਾਰਪਸ, ਤੁਹਾਡਾ ਜਿਹੜੀ ਕੈਪੀਟਲ ਹੈ, ਤੁਹਾਡੀ ਜਿਹੜੀ ਤੁਸੀਂ ਪੈਸਾ ਇਨਵੈਸਟ ਕੀਤਾ ਹੈ ਉਹਦੇ ਵਿੱਚ ਨੈਗੇਟਿਵ ਹੋ ਜਾਵੇ। ਤੇ ਦੂਸਰੀ ਚੀਜ਼ ਕੀ ਹੈ, ਹੁਣ ਕਿਸੇ ਨੇ ਤੁਹਾਨੂੰ ਧੱਕਾ ਤਾਂ ਨਹੀਂ ਕੀਤਾ ਹੈ ਕਿ ਤੁਸੀਂ ਪੈਸੇ ਕੱਢ ਲਓ। ਤੁਸੀਂ ਮਿਊਚੁਅਲ ਫੰਡ ਲਿੱਤਾ ਹੋਇਆ, ਪਿਆ ਰਹਿਣ ਦਿਓ। ਮਾਰਕੀਟ ਰਿਕਵਰ ਹਰ ਵਾਰੀ ਕਰਦੀ ਹੈ। ਕੋਵਿਡ 'ਚ ਵੀ ਕੀਤੀ ਹੈ, ਉਸ ਤੋਂ ਪਹਿਲਾਂ ਰਿਸੈਸ਼ਨ 'ਚ ਵੀ ਕੀਤੀ ਹੈ, ਉਸ ਤੋਂ ਪਹਿਲਾਂ ਹਰਸ਼ਦ ਮਹਿਤਾ ਵੇਲੇ ਵੀ ਕੀਤੀ ਹੈ, ਔਰ ਜਦ ਵੀ ਰਿਕਵਰ ਕਰਦੀ ਹੈ ਉਸ ਤੋਂ ਉੱਪਰ ਹੀ ਜਾਂਦੀ ਹੈ। ਬਿਲਕੁਲ, ਉਦੋਂ ਕਰ ਲੈਣਾ। ਹੁਣ ਕਹਿਣਗੇ ਕੁਛ ਹੋਣਗੇ ਜਿਹਨੇ ਕਹਿਣਾ ਪੈਸੇ ਦੀ ਤਾਂ ਮੈਨੂੰ ਹੁਣ ਲੋੜ ਪੈ ਰਹੀ ਹੈ, ਤੁਸੀਂ ਇਸ ਮਿਊਚੁਅਲ ਫੰਡ ਨੂੰ ਐਸੇਟ ਹੈ ਤੁਹਾਡਾ, ਇਹਦੇ ਅਗੇਂਸਟ ਲੋਨ ਮਿਲ ਜਾਂਦਾ। ਅੱਛਾ, ਕਿ ਅਮਾਊਂਟ ਜਿੰਨੀ ਹੈ ਉਹਦੇ ਹਿਸਾਬ ਨਾਲ ਕੁਝ ਥੋੜੀ ਜਿਹੀ ਚਾਰਜਿਸ ਰੱਖਦੇ ਨੇ, ਕੁਛ ਅਮਾਊਂਟ ਦਾ ਤੁਸੀਂ ਮਿਊਚੁਅਲ ਫੰਡ ਤੇ ਵੀ ਲੋਨ ਲੈ ਸਕਦੇ ਹੋ। ਓਕੇ, ਕਿਹਨੇ ਕਿਹਾ ਖੋਲਣ ਨੂੰ? ਨਾ ਖੋਲੋ, ਪੈਸਾ ਵਧੀ ਜਾਣ ਦੋ। ਹੁਣ ਜਿਵੇਂ 20,000 ਰੁਪਏ ਕਿਸੇ ਨੇ ਕਰੋੜਪਤੀ ਬਣਨਾ ਹੈ 10 ਸਾਲ ਦੇ, ਅਗਲੇ 10 ਸਾਲ ਦੇ ਵਿੱਚ ਚੰਗੀ ਤਰ੍ਹਾਂ ਸਟੱਡੀ ਕਰੋ, ਵਧੀਆ ਜਿਹਾ ਸਟਾਕ ਲੱਭ ਲਓ
ਤੇ ਜੇ ਤੁਸੀਂ 10 ਸਾਲ ਲਈ 20,000 ਰੁਪਏ ਦੀ ਸਿਪ ਕਰਦੇ ਹੋ ਔਰ ਉਸ ਤੇ ਆਪਾਂ 30% ਦੀ ਰਿਟਰਨ ਲੈਂਦੇ ਹਾਂ ਤਾਂ 1.5 ਕਰੋੜ ਰੁਪਏ ਬਣਦਾ 10 ਸਾਲ ਬਾਅਦ। ਗੁੱਡ। ਐਂਸਾ ਆਪਾਂ ਥੋੜਾ ਜਿਹਾ ਹੋਰ ਥੱਲੇ ਕਰ ਲਿਆ ਜੇ 25% ਵੀ ਲਾਓ ਫਿਰ ਵੀ 24% ਤੇ 1 ਕਰੋੜ ਰੁਪਏ ਬਣ ਜਾਂਦਾ। ਹੂੰ ਔਰ ਜੇ ਤੁਸੀਂ ਇੱਕ ਨਾਰਮਲ HDFC ਜਾਂ SBI ਵਗੈਰਾ ਦੇ ਦੇਖੋਗੇ ਤਾਂ ਔਨ ਐਵਰੇਜ ਉਹਨਾਂ ਦਾ 22-23% ਦਾ ਮਿਲਦਾ ਹੀ ਮਿਲਦਾ। ਹੂੰ ਤੁਸੀਂ ਅੱਜ 20 ਕੀਤਾ, ਇੱਕ ਹੋਰ ਚੀਜ਼ ਕਰ ਸਕਦੇ ਹੋ, ਤੁਸੀਂ ਅੱਜ 20% ਕੀਤਾ 20,000 ਕੀਤਾ, ਅਗਲੇ ਸਾਲ ਉਹਨੂੰ ਹਲਕਾ ਜਿਹਾ ਵਧਾ ਲਓ, ਹੂੰ 22,000 ਕਰ ਲਓ, 10% ਇੰਕਰੀਜ਼ ਕਰਦੇ ਰਹੋ। ਹੂੰ ਤਾਂ ਇਨਕਮ ਜਿੱਦਾਂ ਤੁਹਾਡੀ ਪੈਸੇ ਮਤਲਬ ਤੁਹਾਡੀ ਜਿਹੜੀ ਦੂਸਰੀ ਇਨਕਮ ਹੈ ਬਸ ਤੁਸੀਂ ਐਂ ਸਮਝ ਲਓ ਤੁਸੀਂ ਐਕਟਿਵ ਇਨਕਮ ਹੈ ਉਹਦੇ ਹਿਸਾਬ ਨਾਲ ਆਪਣੇ ਪੈਸੇ ਨੂੰ ਕੰਮ ਕਰਨ ਦੀ ਤਨਖਾਹ ਦੇ ਰਹੇ ਹੋ ਤਾਂ ਹਰ ਸਾਲ ਉਹਦਾ 10% ਇੰਕਰੀਮੈਂਟ ਕਰ ਦਿਓ। ਹੂੰ ਅੱਜ 20 ਹੈ 22 ਕਰ ਦਿਓ, ਫਿਰ 24 ਕਰ ਦਿਓ, ਐਵੇਂ ਕਰਦੇ ਰਹੋਗੇ ਤਾਂ ਵਿਦਿਨ 8-9 years ਤੁਸੀਂ ਯੂ ਕੈਨ ਸੀ ਦੈਟ ਮੈਜੀਕਲ ਫਿਗਰ। ਹੂੰ ਤਾਂ ਆਈ ਥਿੰਕ ਇਹ 40 ਸਾਲ ਵਾਲੇ ਲਈ ਵੀ ਲੇਟ ਨਹੀਂ ਹੈ, ਹੂੰ ਇਹ 30 ਸਾਲ ਵਾਲੇ ਲਈ ਵੀ ਲੇਟ ਨਹੀਂ ਹੈ, 20 ਸਾਲ ਵਾਲੇ ਲਈ ਤਾਂ ਲੇਟ ਹੈ ਨਹੀਂ। 10 ਸਾਲ ਤੁਸੀਂ ਦੱਸਿਆ 10 ਸਾਲ ਨਾ ਤਾਂ- ਬੰਦਾ ਇੰਨਾ ਤਾਂ ਇਨਵੈਸਟ ਕਰ ਹੀ ਸਕਦਾ। ਕਰ ਹੀ ਦਿਓ। ਐਂਡ ਇੱਕ ਹੋਰ ਚੀਜ਼ ਹੈ, ਜਿਹੜੇ ਹੁਣ ਲੈਟਸ ਸੇ ਇਫ ਯੂ ਆਰ ਅੰਡਰ 30 ਤੁਸੀਂ ਹਲਕੇ ਜਿਹੇ ਰਿਸਕੀ ਹੋ ਸਕਦੇ ਹੋ, ਤੁਹਾਡੇ ਕੋਲ ਟਾਈਮ ਪਿਆ, ਤੁਸੀਂ ਫਿਰ ਇਹੋ ਜਿਹੇ ਸ਼ੇਅਰ ਜਿਨ੍ਹਾਂ ਕੋਲ 30 to 60 ਤੱਕ ਹੈ ਉਹ ਮੀਡੀਅਮ ਜਿਹਾ ਰਿਸਕ ਲੈ ਲੈਣ। ਉਹਨਾਂ ਦਾ ਕੀ 17-18% ਹੋ ਜਾਏਗਾ, ਕਰੋੜ ਦੀ ਥਾਂ ਤੇ 80 ਲੱਖ ਹੋ ਜਾਊਗਾ। ਸਟਿਲ ਤੁਸੀਂ 20,000 ਦਾ 80 ਲੱਖ ਰੁਪਏ 10 ਸਾਲ ਬਾਅਦ ਕਰ ਸਕਦੇ ਹੋ। ਤਾਂ ਆਈ ਡੋਂਟ ਥਿੰਕ ਉਸ ਤੋਂ ਵਧੀਆ ਕੁਝ ਹੋ ਸਕਦਾ। ਤਾਂ 24 ਲੱਖ ਦੀ ਇਨਵੈਸਟਮੈਂਟ ਹੈ ਤੇ 24 ਲੱਖ ਰੁਪਇਆ ਕਿੱਥੇ ਪਹੁੰਚ ਗਿਆ। ਸਹੀ ਗੱਲ। ਤੇ ਜਿਹੜੇ 60 ਟੱਪ ਚੁੱਕੇ ਨੇ ਹੂ ਹੈਵ ਰਿਟਾਇਰਡ ਜਾਂ 올ਡ ਏਜ, ਆਪਣਾ ਸੀਨੀਅਰ ਸਿਟੀਜ਼ਨ ਸਰਕਾਰ ਨੇ ਵੀ ਕਹਿਤਾ ਤਾਂ ਤੁਸੀਂ FD ਦੇ ਵਿੱਚ ਦਾਨ ਨਾ ਲਓ, ਤੁਸੀਂ ETF ਦੇ ਵਿੱਚ ਜਾਂ ਤੁਸੀਂ ਡੈਟ ਇੰਫਰਾਸਟ੍ਰਕਚਰ ਦੇ ਵਿੱਚ ਵਧੀਆ ਕੰਪਨੀਜ਼ ਦਾ ਡੈਟ ਇੰਸਟਰੂਮੈਂਟ ਵੀ ਦੇਖ ਸਕਦੇ ਹੋ, ਜਾਂ ਤੁਸੀਂ ਮਿਊਚੁਅਲ ਫੰਡ ਜਿਹੜੇ ਬਿਲਕੁਲ ਸੇਫ ਨੇ ਉਹਨਾਂ ਨੂੰ ਦੇਖ ਸਕਦੇ ਹੋ। ਹੁਣ ਜਿਹੜਾ ਮੈਂ SBI ਦਾ ਇੱਕ ਦੇਖ ਰਿਹਾ ਸੀਗਾ ਉਹਦੀ 28% ਦੀ ਹੈ, 1998 ਤੋਂ ਚੱਲਦਾ ਆ ਰਿਹਾ ਫੰਡ ਉਹ। ਓਕੇ 28% ਦੇ ਰਿਹਾ ਉਹ। ਹਾਂ, ਔਨ ਐਨ ਐਵਰੇਜ ਪਿਛਲੇ 5 ਸਾਲ ਦੇ ਵਿੱਚ ਦੇਖੋ ਤਾਂ ਉਹਦੀ 28% ਦੀ ਈਅਰ ਔਨ ਈਅਰ ਗਰੋਥ ਆ ਰਹੀ ਹੈ। ਤਾਂ ਮਤਲਬ ਜੇ 5 ਸਾਲ ਲਈ ਪੈਸਾ ਲਾ ਰੱਖਿਆ ਤਾਂ 28 ਹੈ। ਪਰ ਜਿੱਦਾਂ ਤੁਸੀਂ ਹੁਣ ਦੱਸਿਆ ਫਿਰ ਵੀ ਲੋਕੀ ਇਹ ਇਨਵੈਸਟਮੈਂਟ ਕਿਉਂ ਨਹੀਂ ਕਰਦੇ? ਕੀ ਸਰ, ਰੀਜ਼ਨ ਹੈ ਆਪਣੇ ਲੋਕਾਂ ਦਾ? ਡਰ ਹੈ, ਉਹੀ ਹੈ ਕਿਉਂਕਿ ਮੈਂ ਹੁਣ ਕੱਲ ਪਰਸੋਂ ਕਿਸੇ ਨਾਲ ਸੀਗਾ, ਮੈਂ ਕੰਸਲਟੇਸ਼ਨ ਕਰਦਾ ਹੀ ਹਾਂ ਤਾਂ ਕਿਸੇ ਦਾ ਆਇਆ ਹੋਇਆ ਸੀਗਾ, ਉਹਨਾਂ ਨੇ 11 ਮਿਊਚੁਅਲ ਫੰਡਸ ਖਰੀਦੇ ਹੋਏ ਨੇ। ਇੱਕ ਮਿਊਚੁਅਲ ਫੰਡ ਦੇ ਵਿੱਚ ਰਫਲੀ ਤੁਸੀਂ ਲਗਾ ਕੇ ਚੱਲੋ ਕਿ 30 ਤੋਂ 40 ਸਟਾਕਸ ਤੱਕ ਹੁੰਦੇ ਨੇ। ਤੇ 11 ਦਾ ਮਤਲਬ ਹੋ ਗਿਆ 400-450 ਸਟਾਕ ਉਹਨਾਂ ਨੇ ਲਿੱਤਾ ਹੋਇਆ। ਸਰ 2000 ਤਾਂ NSE ਤੇ ਸਟਾਕ ਨੇ ਲਿਸਟਡ, 2000 ਚ 400 ਸਟਾਕ ਤਾਂ ਖਰੀਦੀ ਹੋ ਬੈਠੇ ਨੇ। ਮੈਂ ਮੈਕਸਿਮਮ ਕਿਸੇ ਦਾ ਅਗਰ ਦੇਖਿਆ ਤਾਂ ਉਹਨਾਂ ਨੇ ਕੁਝ 50 ਦੇ ਆਸ-ਪਾਸ ਲੈ ਰੱਖੇ ਸੀ, ਸਾਰੀ ਸਟਾਕ ਮਾਰਕੀਟ ਹੀ ਖਰੀਦ ਕੇ ਬੈਠੇ ਹੋ। ਉਹਨਾਂ ਨੂੰ ਪੈਸੇ ਨਹੀਂ ਬਣਦੇ, ਬਹੁਤ ਜ਼ਿਆਦਾ ਵੇਰੀਏਬਲਸ ਆਉਂਦੇ ਨੇ ਤਾਂ ਉਹਨਾਂ ਨੂੰ ਮਾੜਾ ਲੱਗਣ ਲੱਗ ਜਾਂਦਾ। ਮਿਊਚੁਅਲ ਫੰਡ ਸਹੀ ਹੈ, TV ਤੇ ਬੋਲਦੇ ਨੇ ਉਹ, ਪਰ ਉਹਦੇ ਪਿੱਛੇ ਫੰਡਸ ਦੇ ਵਿੱਚ ਆਓਗੇ ਤਾਂ ਹਜ਼ਾਰਾਂ ਫੰਡ ਨੇ, ਸਹੀ ਤਾਂ ਤੁਹਾਨੂੰ ਲੱਭਣਾ ਪਊਗਾ ਨਾ। ਤੇ ਉਹ ਫਿਰ ਕਿਵੇਂ ਲੱਭੇਗਾ? ਉਹਦਾ ਸਰ ਫਿਰ ਉਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਤਾਂ ਐਕਸਪੈਂਸ ਰੇਸ਼ੀਓ ਦੇਖੋ, ਐਗਜ਼ਿਟ ਰੇਸ਼ੀਓ ਦੇਖੋ, ਦੋ ਚੀਜ਼ਾਂ ਤੁਹਾਡਾ ਪ੍ਰੋਫਿਟ ਖਾਣੀ ਹੈ। ਤੀਸਰੀ ਚੀਜ਼ ਉਹਦਾ ਅਕਿਊਮੂਲੇਟਿਵ ਦੇਖੋ ਕਿ ਉਹਦਾ ਕਿੰਨੇ ਦੀ ਵਰਥ ਹੈ ਉਹਦੀ, ਠੀਕ ਹੈ ਜੀ। ਉਸ ਤੋਂ ਬਾਅਦ ਉਹਨੇ ਕੀ ਰਿਟਰਨ ਦਿੱਤੀਆਂ ਨੇ, ਉਸ ਤੋਂ ਬਾਅਦ ਕੁਛ ਵੈਬਸਾਈਟਸ ਹਨ ਜਿੱਥੇ ਰੋਲਿੰਗ ਰਿਟਰਨ ਪਤਾ ਲੱਗਦੀ ਹੈ। ਰੋਲਿੰਗ ਰਿਟਰਨ ਹੁੰਦੇ ਕਿ ਸਾਲ ਦੇ ਵਿੱਚ ਹਰ ਸਾਲ ਉਹਨੇ ਕਿੰਨੀ ਦਿੱਤੀ ਹੈ, ਐਵਰੇਜ ਕੱਢ ਕੇ ਨਹੀਂ, ਹਰ ਸਾਲ ਕਿਵੇਂ ਆਈ ਹੈ। ਤੇ ਉਹਦੇ 'ਚ ਕੱਢ ਦਿੰਦੇ ਨੇ ਕਿ ਕਿੰਨੀ ਵਾਰੀ 20% ਤੋਂ ਥੱਲੇ ਰਹੀ ਹੈ, ਕਿੰਨੀ ਵਾਰੀ ਜ਼ੀਰੋ ਦੇ ਕੋਲ ਰਹੀ ਹੈ, ਕਿੰਨੀ ਵਾਰੀ ਮਾਈਨਸ ਰਹੀ ਹੈ। ਉਹ ਪਰਫਾਰਮੈਂਸ ਪੈਰਾਮੀਟਰ ਤੁਸੀਂ ਚੈੱਕ ਕਰ ਸਕਦੇ ਹੋ ਕਿ ਰੋਲਿੰਗ ਰਿਟਰਨ ਜਿਹੜੀ ਅੱਜ ਤੱਕ ਥੱਲੇ ਨਹੀਂ ਗਿਆ ਜਾਂ ਘਟ ਗਿਆ ਤਾਂ ਉਹ ਹੈ। ਫਿਰ ਇੱਕ ਸ਼ਾਰਪ ਰੇਸ਼ੀਓ ਆ ਜਾਂਦੀ ਹੈ, ਸ਼ਾਰਪ ਰੇਸ਼ੀਓ ਦੇ ਵਿੱਚ ਇਹ ਦੱਸ ਦਿੰਦਾ ਕਿ ਜੇ ਮਾਰਕੀਟ 100 ਪੁਆਇੰਟ ਗਿਰਦੀ ਹੈ ਤਾਂ ਇਹ ਕਿੰਨੇ ਗਿਰਿਆ। ਕਈ ਨੇ ਜਿਹਨਾਂ ਦੀ ਸ਼ਾਰਪ ਰੇਸ਼ੀਓ ਲੋ ਹੈ, ਬਾਜ਼ਾਰ 100 ਗਿਰ ਜਾਂਦਾ, ਇਹ 30-40 ਗਿਰਦੇ ਨੇ, ਤਾਂ ਯੂ ਆਰ ਸੇਫ। ਤਾਂ ਇਹ ਬਹੁਤ ਸਾਰੇ ਇਹੋ ਜਿਹੇ ਕੁਛ 8-9 ਪੈਰਾਮੀਟਰ ਨੇ ਜਿਨ੍ਹਾਂ ਤੇ ਤੁਸੀਂ ਇੱਕ ਮਿਊਚੁਅਲ ਫੰਡ ਨੂੰ ਤੋਲ ਸਕਦੇ ਹੋ। ਤੇ ਜਿਨ੍ਹਾਂ ਕੋਲ ਟਾਈਮ ਘੱਟ ਹੈ ਜਾਂ ਜਿਹੜੇ ਚਾਹੁੰਦੇ ਨੇ ਕਿ ਕਦੀ ਵੀ ਲੋੜ ਪੈ ਸਕਦੀ, ਜਿਨ੍ਹਾਂ ਨੇ ਹਰ ਕਿਸੇ ਕੋਲ ਨਹੀਂ ਬਚ ਪਾਉਂਦਾ ਐਕਸਟਰਾ ਪੈਸਾ, ਉਹ ਫਿਰ ETF ਦੇਖ ਸਕਦੇ ਨੇ, ਜਦੋਂ ਲੋੜ ਪੈਂਦੀ ਹੈ ਨਾਲ ਦੇ ਨਾਲ ਕੱਢ ਲਿਆ,
ਮਿਊਚੁਅਲ ਫੰਡ ਲਈ ਅਗਲੇ ਦਿਨ ਐਂਡ ਆਫ ਦਾ ਡੇ ਦੀ ਵੇਟ ਨਹੀਂ ਕਰਨੀ ਪਈ। ਫਿਰ ਇੱਕ ਲਿਕੁਇਡ ਫੰਡ ਕਰਕੇ ਵੀ ਚੀਜ਼ ਹੈ ਫॉर ਪੀਪਲ ਜਿਨ੍ਹਾਂ ਨੇ ਲੰਬਾ ਨਹੀਂ ਰੱਖਣਾ। ਲਿਕੁਇਡ ਫੰਡ 'ਚ ਰਿਸਕ ਘੱਟ ਹੁੰਦਾ, ਰਿਟਰਨ ਵੀ ਘੱਟ ਹੁੰਦੀ ਹੈ। ਉਹ ਹੁੰਦਾ ਕਦੀ ਹਫ਼ਤੇ ਲਈ ਹੋ ਜਾਂਦਾ, ਕਦੀ ਮਹੀਨੇ ਦਾ ਹੁੰਦਾ। ਤਾਂ ਅਲੱਗ-ਅਲੱਗ ਲਿਕੁਇਡ ਫੰਡਸ ਹੈ। ਜਲਦੀ ਪੈਸਾ, ਕਿਸੇ ਕੋਲ ਅੱਜ ਪੈਸਾ ਆਇਆ, ਉਹਨੂੰ ਪਤਾ ਯਾਰ ਮੈਨੂੰ ਹਾਲੇ 2 ਮਹੀਨੇ ਲੋੜ ਨਹੀਂ ਪੈਣੀ, 2 ਮਹੀਨੇ ਲਈ ਇਨਵੈਸਟ ਕਰ ਦਿਓ। ਠੀਕ ਹੈ ਨਾ। ਤੁਸੀਂ ਅਕਾਊਂਟ ਦੇ ਵਿੱਚ ਇੱਕ ਪੈਸਾ ਸਾਂਭ ਰਹੇ ਹੋ ਕਿ ਮੈਂ ਆਹ ਪੈਸਾ ਸਾਂਭੀ ਜਾ ਰਿਹਾ, ਮੈਂ ਸਾਲ ਬਾਅਦ ਇਹਦੀ ਇਨਵੈਸਟਮੈਂਟ ਕਰੂੰਗਾ। ਠੀਕ ਹੈ। ਤੁਸੀਂ ਉਹਨੂੰ ਸੇਵਿੰਗਸ ਅਕਾਊਂਟ 'ਚ ਰੱਖਿਆ ਤਾਂ ਕੁਛ ਨਹੀਂ ਦੇ ਰਿਹਾ, ਉਹਨੂੰ ਫਿਰ ਇੱਕ ਸੇਫ ਮਿਊਚੁਅਲ ਫੰਡ ਜਾਂ ETF 'ਚ ਪਾ ਦਿਓ। ਜਿਹੜੇ ਸਲੋ ਐਂਡ ਸਟੱਡੀ ਵੱਧ ਰਹੇ ਨੇ, ਉਦੋਂ ਨਾ ਭੱਜੋ 30% ਪਿੱਛੇ। ਸੇਵਿੰਗ ਅਕਾਊਂਟ ਦੇ ਵਿੱਚ ਕੋਈ ਗਰੋਥ ਨਹੀਂ ਹੈ। ਜੇ ਤੁਸੀਂ 5 ਜਾਂ 10% ਦੀ ਵੀ ਇੱਕ ਹਲਕੀ ਜਿਹੀ ਵੀ ਗਰੋਥ ਲੈ ਰਹੇ ਹੋ ਸਾਲ ਦੇ ਵਿੱਚ, ਤੁਸੀਂ 10 ਲੱਖ ਰੁਪਏ ਇਕੱਠਾ ਕਰ ਲਿਆ, ਉਸ 'ਤੇ 70,000 ਰੁਪਏ ਤੁਹਾਨੂੰ ਬਣ ਗਿਆ। ਤੁਸੀਂ ਸਾਲ ਬਾਅਦ ਆਪਣਾ FD ਕਰਨੀ ਹੋਏ ਨਾ ਸੇਫ ਵਾਲੀ, ਜਿਹੜੀ ਤੁਹਾਨੂੰ ਕਈਆਂ ਨੂੰ ਨਹੀਂ ਸਮਝ ਆ ਪਾਉਂਦਾ, ਕੋਈ ਦਿੱਕਤ ਨਹੀਂ, ਉਹਨੇ FD ਹੀ ਕਰਾਉਣੀ ਹੈ। ਅਤੇ ਫਿਰ ਉਹ ਸਾਲ ਜਦ ਤੱਕ ਦੀ FD ਦਾ ਵੇਟ ਕਰ ਰਹੇ ਹੋ, ਤੁਸੀਂ ਉਹਨੂੰ ਇਹੋ ਜਿਹੀਆਂ ਚੀਜ਼ਾਂ 'ਚ ਸੇਫ ਮਿਊਚੁਅਲ ਫੰਡ ETF ਦੇ ਵਿੱਚ ਇਨਵੈਸਟ ਕਰ ਲਓ। ਹੁਣ ਤਾਂ ਗੋਲਡ ਵਗੈਰਾ ਦੇ ਵੀ ਆਉਣ ਲੱਗ ਗਏ। ਗੋਲਡ ਦਾ ਵੀ ਫੰਡ ਬਣਾਤਾ ਉਹਨਾਂ ਨੇ ਰੀਸੈਂਟਲੀ, ਆਈ ਥਿੰਕ ਸ਼ਾਇਦ ਸਿਲਵਰ ਦਾ ਵੀ ਫੰਡ ਬਣਾਤਾ। ਓਕੇ। ਤੁਸੀਂ ਉਹ ਵੀ ਰਾਦਰ ਦੈਨ ਫਿਜ਼ੀਕਲ ਲੈਣ ਦੇ ਤੁਸੀਂ ਔਨਲਾਈਨ ਖਰੀਦ ਸਕਦੇ ਹੋ। ਔਰ ਇਹਦੇ ਵਿੱਚ ਇਹ ਨਹੀਂ ਹੈ ਕਿ ਤੁਹਾਨੂੰ ਡਰ ਹੋਵੇ ਕਿ ਕੱਲ੍ਹ ਨੂੰ ਮਿਊਚੁਅਲ ਫੰਡ, ਕਿਉਂਕਿ ਕਿਸੇ ਕੰਪਨੀ ਦਾ ਹੁੰਦਾ, ਹੁਣ ਹਰ ਬੈਂਕ ਤੋਂ ਨਹੀਂ ਆਉਂਦਾ, ਕੁਛ ਨਿਪੋਨ ਹੋ ਗਿਆ, ਕੁਛ ਬਹੁਤ ਅਲੱਗ ਕੰਪਨੀ ਦਾ, ਕਿ ਕੱਲ੍ਹ ਨੂੰ ਭੱਜ ਗਏ ਕੀ ਹੋ ਗਈ, ਕਿਉਂਕਿ ਇਹ ਇੰਨਾ ਰੈਗੂਲੇਟਡ ਹੈ। ਜੇ ਭੱਜ ਜਾਣ, ਐਸੈਟਸ ਤੁਹਾਡੇ ਹੱਥ 'ਚ ਹੀ ਹੈ, ਸਟਾਕ ਉਹ ਤੁਹਾਡੇ ਹੀ ਨੇ, ਤਾਂ ਤੁਹਾਡਾ ਪੈਸਾ ਕਿਤੇ ਨਹੀਂ ਗਿਆ। ਕੱਲ੍ਹ ਨੂੰ ਕੋਈ ਹੋਰ ਫੰਡ ਮੈਨੇਜਰ ਆ ਕੇ ਸੰਭਾਲ ਲੂਗਾ, ਪਰ ਤੁਸੀਂ ਕਦੀ ਇਹੋ ਜਿਹੀ ਸਿਚੁਏਸ਼ਨ 'ਚ ਨਹੀਂ ਆਓਗੇ ਕਿ ਮੈਂ ਭੱਜ ਗਿਆ, ਕਿਉਂਕਿ ਰਿਸਕ ਤਾਂ ਬੈਂਕ 'ਚ ਵੀ ਹੈ। ਸਰਕਾਰ ਨੇ ਵੀ ਤਾਂ 5 ਲੱਖ ਦਿੱਤਾ। ਹਾਂ, ਤੁਸੀਂ ਦੱਸਿਆ ਵੀ ਸੀ। ਪਰ ਇਹਦੀ ਵੀ ਹੁਣ ਆਪਾਂ ਜਾਂਦੇ ਕਿਉਂਕਿ ਅੱਜ ਫਿਰ ਲੰਬਾ ਨਾ ਹੋ ਜਾਏ ਐਪੀਸੋਡ, ਆਪਾਂ ਇਹ ਵੀ ਧਿਆਨ ਰੱਖਣਾ ਕਿ ਆਪਾਂ ਲੋਕ ਡਰਦੇ ਆ, ਇਹ ਵੀ ਗੱਲ ਹੋ ਗਈ ਨਾ। ਅਤੇ ਪਰ ਇੱਕ ਹੋਰ ਵੀ ਅੱਜ ਕੱਲ੍ਹ ਲੋਕਾਂ ਦਾ ਹੈਗਾ ਕਿ ਫਟਾਫਟ ਹੀ ਹੋ ਜਾਵੇ, ਉਹ ਜਲਦੀ 'ਚ ਜਿਹੜਾ ਹੁੰਦਾ ਕਿ ਕਿਉਂਕਿ ਇਹ ਚੀਜ਼ਾਂ ਹੈਗੀਆਂ ਸਲੋ ਐਂਡ ਸਟੈਡੀ, ਕਿ ਹੌਲੀ ਇਹ ਚੀਜ਼ ਤੁਹਾਡਾ ਪੈਸਾ ਗਰੋ ਹੁੰਦਾ ਹੈ। ਲੇਕਿਨ ਲੋਕ ਜਿਹੜਾ ਰਾਤੋਂ ਰਾਤ ਜਾਂ ਉਹ ਚੀਜ਼ਾਂ ਦਾ ਮਤਲਬ ਮਾਈਂਡਸੈਟ ਚੇਂਜ ਕਰਨਾ ਪੈਣਾ ਜੇ ਆਪਾਂ ਪੈਸੇ ਨੂੰ ਗਰੋ ਕਰਾਉਣਾ ਹੈ। ਪੇਸ਼ੈਂਸ ਦੀ ਬਹੁਤ ਲੋੜ ਹੈ। ਆਰਾਮ ਨਾਲ ਪੈਸਾ ਲੇਜ਼ੀ ਹੈ, ਪੈਸਾ ਆਰਾਮ ਨਾਲ ਕੰਮ ਕਰਦਾ ਹੈ। ਤੁਸੀਂ ਆਪਣੇ ਪੈਸੇ ਨੂੰ ਨੌਕਰੀ 'ਤੇ ਲਾਇਆ ਨਾ, ਆਰਾਮ ਨਾਲ ਵਧੂਗਾ। ਜੇ ਤੁਸੀਂ ਜਲਦੀ ਦਾ ਕੰਮ ਕਰਨਾ ਹੈ ਤਾਂ ਫਿਰ ਉਹੀ ਹੋ ਗਿਆ ਰਿਸਕ। ਫਿਰ ਰਿਸਕ ਲੈਣ ਦੀ ਵੀ ਸ਼ਮਤਾ ਰੱਖੋ, ਕਿਉਂਕਿ ਜਦ ਤੱਕ ਪੈਸੇ ਬਣ ਰਹੇ ਹੁੰਦੇ ਨੇ ਤਦ ਤੱਕ ਸਭ ਕੁਝ ਬਹੁਤ ਵਧੀਆ ਹੁੰਦਾ। ਇੱਕ ਵਾਰੀ ਹੋ ਜਾਂਦੇ ਨੇ, ਫਿਰ ਉਸ ਤੋਂ ਮਾੜਾ ਕੁਛ ਨਹੀਂ। ਤਾਂ ਜੇ ਪੇਸ਼ੈਂਸ ਨਹੀਂ ਹੈ ਤਾਂ ਫਿਰ ਤੁਸੀਂ ਉਨਾ ਹੀ ਰਿਸਕ ਵਧਾ ਲਿਆ, ਤਾਂ ਫਿਰ ਉਹੋ ਜਿਹਾ ਹੀ ਫਿਰ ਤੁਸੀਂ ਕੀ ਕਰਦੇ ਹੋ, ਆਪਣੇ ਆਪ ਨੂੰ ਉਸੇ ਹੋਲ ਦੇ ਵਿੱਚ ਪਾਉਂਦੇ ਰਹਿੰਦੇ ਹੋ। ਔਰ ਕਿਉਂਕਿ ਪੈਨਿਕ ਕਰ ਜਾਓਗੇ, ਕਿਉਂਕਿ ਤੁਸੀਂ ਪੈਸੇ ਨੂੰ ਉਵੇਂ ਹੈਂਡਲ ਨਹੀਂ ਕਰ ਪਾਓਗੇ, ਕਿਉਂਕਿ ਆਪਾਂ ਗੱਲ ਕੀਤੀ ਸਾਡਾ ਰਿਲੇਸ਼ਨ ਪੈਸੇ ਨਾਲ ਡਰਦਾ ਹੈ, ਸਹੀ ਗੱਲ। ਉਹ ਡਰ ਨੇ ਕਦੀ ਪੈਸਾ ਨਹੀਂ ਬਣਾਉਣ ਦੇਣਾ। ਇਸ ਲਈ ਇਹ ਵਾਲੇ ਮਿਊਚੁਅਲ ਫੰਡਸ ਵਗੈਰਾ ਦੇ ਵਿੱਚ ਉਹ ਪੈਸਾ ਤੁਸੀਂ ਸਾਈਡ 'ਤੇ ਪਾਰਕ ਕੀਤਾ ਹੋਇਆ, ਉਹਨੂੰ ਰਹਿਣ ਦਿਓ। ਰੋਜ਼ ਖੋਲ ਕੇ ਨਾ ਦੇਖੋ, ਐਂਡ ਗੋਲ ਸਮਝੋ ਲੌਂਗ ਟਰਮ ਹੈ ਨਾ। ਜਿਹੜੀ ਚੀਜ਼ ਸਾਲਾਂ ਬਾਅਦ ਬਣਨੀ ਹੈ, ਉਹਨੂੰ ਅੱਜ ਰੋਜ਼ ਦੇਖ ਕੇ ਕੀ ਕਰ ਲਓ। ਠੀਕ ਹੈ ਨਾ। ਪੇਸ਼ੈਂਸ ਇਜ਼ ਦੀ ਕੀ, ਹੋਰ ਕੁਛ ਨਹੀਂ ਹੈ। ਉਹੀ ਗੱਲ ਹੈ ਕਿ ਪੇਸ਼ੈਂਸ ਰੱਖ ਕੇ ਚੱਲਣਾ ਪਊਗਾ ਜੀ। ਬਾਕੀ ਮੈਨੂੰ ਲੱਗਦਾ ਅੱਜ ਦੇ ਐਪੀਸੋਡ 'ਚ ਕਾਫੀ ਟੈਕਨੀਕਲ ਪਲੱਸ ਜਿਹੜੀ ਉਹ ਬੇਸਿਕ ਅਵੇਅਰਨੈਸ ਤਾਂ ਹੋ ਗਈ ਆ ਜੀ। ਅਤੇ ਆਪਾਂ ਨੈਕਸਟ ਵਾਲੇ 'ਚ ਇਸ ਤੋਂ ਇੱਕ ਹੋਰ ਸਟੈਪ ਅੱਗੇ ਥੋੜ੍ਹਾ ਜਿਹਾ ਹੋਰ ਡੀਪ ਦੇਖਾਂਗੇ ਕਿ ਹੋਰ ਕੀ ਕੈਲਕੂਲੇਟ ਕਰਨਾ ਚਾਹੁੰਦੇ ਆ। ਸਹੀ ਗੱਲ। ਕਿਉਂਕਿ ਮੈਂ ਜ਼ਿਆਦਾ ਟੈਕਨੀਕਲ ਨਹੀਂ ਕਰਨਾ, ਲੋਕਾਂ ਨੇ ਕਹਿਣਾ ਤਾਂ ਗਿਆਨ ਹੀ ਇਹੋ ਜਿਹਾ ਦੇ ਜਾਂਦਾ, ਬੋਰ ਹੋ ਗਏ। ਨਹੀਂ, ਪਰ ਉਹ ਹੈ ਕਿ ਜ਼ਰੂਰੀ ਵੀ ਆ ਇਹ ਚੀਜ਼ਾਂ ਨੇ ਜੋ ਇਗਨੋਰ ਨਹੀਂ ਹੋ ਸਕਦੀਆਂ। ਉਹਨਾਂ ਨੂੰ ਨਾਲੇ ਸਮਝ ਆਉਣੀ ਚਾਹੀਦੀ ਕਿ ਕਿਹੜੀ ਕਿੱਥੋਂ ਤੁਸੀਂ ਈਜ਼ੀ ਪੈਸਾ ਜਲਦੀ ਕਿਤੇ ਨਹੀਂ ਕਢਾ ਸਕਦੇ, ਇੱਥੇ ਲੌਕਿੰਗ ਪੀਰੀਅਡ ਕੀ ਆ, ਸਾਰੇ ਚੀਜ਼ਾਂ ਬਾਰੇ ਬੇਸਿਕ ਜਿਹਾ ਸਮਝ ਆ ਜਾਵੇ। ਫਿਰ ਉਹਨੂੰ 5 ਸਾਲ 10 ਸਾਲ 20 ਸਾਲ ਜਿੰਨੇ ਲਈ ਵੀ ਕਰਨਾ ਉਹ ਬੰਦਾ ਚੂਜ਼ ਕਰ ਲਵੇ, ਨਾ ਕਿ ਉਹ ਬੈਂਕ 'ਚ ਪਿਆ ਪੈਸਾ ਹੀ ਤੁਹਾਡਾ ਮਤਲਬ ਇਨਫਲੇਸ਼ਨ ਹੀ ਉਹਨੂੰ ਮਾਰ ਦੇਵੇ। ਬਿਲਕੁਲ। ਦੇਖੋ ਪੈਸਾ, ਜਿਵੇਂ ਆਪਾਂ ਪਿਛਲੀ ਵਾਰੀ ਵੀ ਸ਼ਾਇਦ ਗੱਲ ਕੀਤੀ ਕਿ ਜੇ ਤੁਹਾਡਾ ਲੱਖ ਰੁਪਇਆ 1.5 ਲੱਖ ਬਣ ਜਾਂਦਾ, ਤਾਂ ਜਿਹੜੀ ਚੀਜ਼ ਜਿੰਨੇ ਟਾਈਮ 'ਚ ਉਹ 1.5 ਲੱਖ ਬਣਿਆ ਅਤੇ ਜਿੰਨੇ ਸਾਲ ਪਹਿਲਾਂ ਉਹ ਇੱਕ ਚੀਜ਼ ਅਗਰ ਲੱਖ ਰੁਪਏ ਦੀ ਸੀ ਜੀ, ਤਾਂ ਅੱਜ ਉਹ 1.5 ਲੱਖ ਦੀ ਹੋ ਚੁੱਕੇ ਦੀ, ਪੈਸੇ ਨਹੀਂ ਕਮਾਇਆ। ਸਹੀ ਗੱਲ। ਜੋ ਇੱਕ ਉਮੀਦ ਹੀ ਹੈ ਤਾਂ ਪੈਸੇ ਕਮਾਇਆ ਨਾ, ਕੁਛ ਖਰੀਦ ਹੀ ਨਹੀਂ ਪਾ ਰਹੇ ਹੋ। ਜਿਵੇਂ ਸੋਨਾ, ਲੋਕੀ ਕਹਿੰਦੇ ਨੇ ਲੱਖ ਰੁਪਏ ਲੱਗ ਗਿਆ, ਤੁਸੀਂ ਅੱਜ 10 ਤੋਲੇ ਮੈਂ ਕਹਿੰਦਾ 20,000 'ਤੇ ਵੀ ਖਰੀਦੇ ਹੋਏ ਸੀ। ਠੀਕ ਹੈ, ਤੁਸੀਂ ਅੱਜ ਉਹ ਵੇਚਤੇ।
ਤੁਸੀਂ ਫੇਰ ਕਿਹਾ ਮੈਂ ਸੋਨੇ 'ਚ ਇਨਵੈਸਟ ਕਰੂੰਗਾ, ਤਾਂ ਤੁਹਾਡੀ ਤਾਂ ਗਰੋਥ ਹੋਈ ਨਹੀਂ। ਹਾਂ, ਸੋਨਾ ਇੱਥੋਂ ਵੇਚਿਆ, ਇਸ ਚੀਜ਼ 'ਚ ਇਨਵੈਸਟ ਕੀਤਾ, ਤਾਂ ਪੈਸਾ ਵਧਿਆ। ਜੇ ਉਹ ਵੀ ਜਿਹਾ 20,000 ਰੁਪਏ ਲਿਆ, 20,000 ਸੀਗਾ ਤੇ 1 ਲੱਖ ਪਹੁੰਚ ਗਿਆ ਤੇ 80 ਤੇ ਰਹਿ ਗਈ, ਤਾਂ ਤੁਸੀਂ 20,000 ਕਮਾਇਆ। ਤੁਹਾਡੀ ਪੈਸੇ ਦੀ ਵਰਥ ਵਧਣੀ ਚਾਹੀਦੀ ਹੈ, ਫਿਗਰ ਨਹੀਂ ਵਧਣੀ ਚਾਹੀਦੀ। ਸਹੀ ਗੱਲ, ਫਿਗਰ ਨਹੀਂ ਤਾਂ ਕੋਈ, ਸਹੀ ਗੱਲ, ਫਿਗਰ ਵਾਲਾ ਤਾਂ ਕੋਈ ਚੱਕਰ ਹੀ, ਫਿਗਰ ਤਾਂ ਵਧੀ ਜਾ ਰਹੀ ਹੈ, ਹੋਰ ਕੀ, ਤਾਂ ਉੱਪਰ ਉਹਦਾ ਵੈਲਿਊ ਘਟੀ ਜਾ ਰਹੀ, ਗੱਲ ਉੱਥੇ ਆ ਰਹੀ ਹੈ। ਇਹ ਮੈਨੂੰ ਯਾਦ ਹੈ ਕਿ ਸਾਡੇ ਬਚਪਨ 'ਚ ਸਾਡੀ ਜੇਬ 'ਚ 100 ਰੁਪਏ ਹੁੰਦਾ ਸੀ, ਸਾਨੂੰ ਅਮੀਰੀ ਵਾਲੀ ਫੀਲ ਆਉਂਦੀ ਸੀ। ਅੱਜ ਕੱਲ੍ਹ 2,000 ਲਾ ਕੇ ਨਾ ਐਂ ਲੱਗਦਾ ਯਾਰ ਹੈਗੇ ਵੀ ਨੇ। 500 ਨੂੰ ਤੁਸੀਂ 50 ਬਣਾਤਾ ਤੇ 5 ਤੋਂ ਇਧਰ 5 ਰੁਪਏ ਸਮਝੋ ਅੱਜ ਕੱਲ੍ਹ ਤਾਂ। ਉਹ ਟਾਈਮ ਫੋਨ ਨਹੀਂ ਆਏ ਤੇ ਰੀਚਾਰਜ 300 ਰੁਪਏ ਤੋਂ ਥੱਲੇ ਨਹੀਂ ਹੁੰਦਾ ਮਹੀਨੇ ਦਾ। ਉਹ ਫ੍ਰੀ ਤੋਂ ਕਰਦੇ 350 400 ਤੇ ਲੈ ਆਇਆ। 300 ਵੀ ਮਹੀਨਾ ਨਹੀਂ, 28 ਦਿਨ ਨੇ, 28 ਉਹ 'ਚ ਵੀ 2 ਦਿਨ ਕਰੀ ਜਾਂਦੇ ਆ। ਸਹੀ ਗੱਲ, ਪਰ ਇਹੀ ਗੱਲ ਹੈ ਜੀ। ਪਰ ਇਹ ਕਿ ਪੈਸੇ ਨੂੰ ਕੰਮ ਤੇ ਲਾਉਣਾ, ਕਿਉਂਕਿ ਇਹ ਆਪਣੀ ਚਰਚਾ, ਇਹ ਸੀਰੀਜ਼ ਹੀ ਇਹਦੇ ਉੱਤੇ, ਹਾਂ, ਪੈਸੇ ਨੂੰ ਕਿਵੇਂ, ਪੈਸਾ ਨਾਲ ਸਾਡਾ ਰਿਲੇਸ਼ਨ, ਤੇ ਪੈਸੇ ਨੂੰ ਬਿਨਾਂ ਡਰੇ ਕੰਮ ਲਾਓ। ਬਿਲਕੁਲ। ਦੇਖੋ, ਮੈਂ ਇਹ ਨਹੀਂ ਕਹਿੰਦਾ ਲੋਕਾਂ ਦਾ ਅੱਜ ਹੀ ਮਾਈਂਡਸੈਟ ਚੇਂਜ ਹੋ ਜਾਏ ਸਾਡਾ ਸੋਚ ਕੇ। ਮੇਰੇ ਆਪਣੇ ਫਾਦਰ ਦਾ ਮੈਨੂੰ 3 ਸਾਲ ਲੱਗੇ ਨੇ ਮਾਈਂਡਸੈਟ ਚੇਂਜ ਕਰਨ ਨੂੰ, ਜਦ ਕਿ ਮੈਨੂੰ ਤਾਂ ਉਹਨਾਂ ਨੇ ਐਕਟਿਵਲੀ ਕਰਦੇ ਰਹੇ। ਮੈਨੂੰ ਲੱਗਦਾ ਉਹ ਪੀੜ੍ਹੀ ਦੇ ਵਿੱਚ ਬਹੁਤ ਘੱਟ ਲੋਕ, ਸਰ ਉਹਨਾਂ ਦਾ ਹੋਰ ਡਰ ਹੈ ਨਾ ਪੈਸੇ ਦੇ ਨਾਲ। ਹੁਣ ਜਿਹੜੀ ਸਾਡੇ ਤੋਂ ਅਗਲੀ ਆ ਰਹੀ, ਉਹਨਾਂ ਨੂੰ ਪੈਸੇ ਨਾਲ ਡਰ ਹੀ ਹੈ। ਸਹੀ ਗੱਲ। ਉਹਨਾਂ ਨੇ ਪਾਪਾ EMI ਆ, ਉਹ ਤਾਂ ਬਸ ਕਹਿੰਦੇ ਨੇ ਕਿ ਆਉਣ ਦੋ ਬਸ। ਹਾਂ, EMI EMI ਤੇ ਵੀ ਉੱਪਰ ਇੱਕ EMI ਹੋਰ ਉਹ ਕਹਿੰਦੇ ਸਰ ਨੋ ਕਾਸਟ EMI ਵੀ ਲਾਓ, ਤੇ ਜੋ ਵੀ ਕਰੋ ਨੋ ਕਾਸਟ EMI ਦਾ ਕੀ ਫੰਡ ਹੈ ਕਿ ਹੁਣ ਜਿਵੇਂ ਬਜਾਜ ਫਾਈਨੈਂਸ ਵਾਲੇ ਤੁਹਾਨੂੰ ਨੋ ਕਾਸਟ EMI ਦੇ ਦਿੰਦੇ, ਉਹਨਾਂ ਨੇ ਪਹਿਲਾਂ ਹੀ ਫੋਨ ਕੰਪਨੀ ਤੋਂ ਜਾਂ ਜਿਹੜੀ ਕੰਪਨੀ ਤੋਂ ਤੁਸੀਂ ਖਰੀਦਦੇ ਉਹਨਾਂ ਤੋਂ ਡਿਸਕਾਊਂਟ ਲਿੱਤਾ ਹੁੰਦਾ। ਤੁਹਾਡੇ ਤੋਂ 40,000 ਦੀ ਕਿਸ਼ਤ ਲੈਂਦੇ ਨੇ, ਕੰਪਨੀ ਨੂੰ 35,000 ਰੁਪਏ ਦਿੰਦੇ ਨੇ, ਉਹ 5,000 ਰੁਪਏ ਕਮਾ ਕੇ ਬੈਠੇ ਨੇ। ਆਈਫੋਨ ਨੇ ਸ਼ੁਰੂ ਕੀਤਾ ਸੀਗਾ, ਆਈਫੋਨ ਦੀ ਸਭ ਤੋਂ ਘੱਟ ਸੇਲ ਸੀਗੀ, ਜਦੋਂ ਉਹਨਾਂ ਨੇ EMI ਸ਼ੁਰੂ ਕੀਤੀ ਹੈ 75% ਦੀ ਸੇਲ ਸੀਗੀ। ਉਸ ਤੋਂ ਬਾਅਦ ਹਾਂ, ਮੈਨੂੰ ਲੱਗਦਾ ਜ਼ਿਆਦਾਤਰ ਇੰਡੀਆ ਦੇ ਵਿੱਚ ਆਈਫੋਨ ਸਰ ਤੇ ਹੋਣਗੇ, ਪਹਿਲੇ ਲਾਂਚ ਤੇ 75% ਆਈਫੋਨ EMI ਤੇ ਹੈ। ਅੱਛਾ, ਇੰਡੀਆ ਦੇ ਵਿੱਚ 75% ਹਰ ਬੰਦਾ ਆਪਣੇ ਤੋਂ ਪੁਸ਼ ਕਰਕੇ ਕਿ ਦਿਖਾਵੇ, ਮਤਲਬ ਇੱਕ ਉਹ ਬਣ ਗਈ ਆ, ਦਿਖਾਵਾ ਕਹਿ ਲਓ। ਕਦੀ ਪਤਾ ਕੀ ਨਾ ਸਰ, ਕਈਆਂ ਨੂੰ ਨਾ, ਮਤਲਬ ਹੁਣ ਚਾਹੇ ਮੈਨੂੰ ਸ਼ਾਇਦ ਲੋਕੀ ਕਹਿੰਦੇ, ਕਦੀ ਨਾ ਅੰਦਰੋਂ ਸੈਟਿਸਫੈਕਸ਼ਨ ਚਾਹੀਦੀ ਹੁੰਦੀ ਹੈ ਕਿ ਜ਼ਿੰਦਗੀ ਕਿਤੇ ਜਾ ਵੀ ਰਹੀ ਹੈ, ਮੈਂ ਕੁਝ ਕਰ ਵੀ ਪਾ ਰਿਹਾ। ਉਹ ਰੇਸ ਦੇ ਵਿੱਚ ਇਹੋ ਜਿਹੇ ਸਟੈਪ ਚੱਕੇ ਜਾਂਦੇ ਨੇ। ਸਹੀ ਗੱਲ ਹੈ। ਤਾਂ ਹੈ ਨਹੀਂ, ਚਲੋ ਮਿਲਦੇ ਆਪਾਂ ਹੁਣ, ਗੱਲ ਫਿਰ ਉਸ ਦਿਨ ਨੂੰ ਫੁੜ ਚੜ ਦੱਸ। ਮੈਨੂੰ ਹੈ ਕਿ ਆਪਾਂ ਵਿਰਾਮ ਲਾਈਏ ਤੇ ਅਗਲੇ ਐਪੀਸੋਡ 'ਚ ਮਤਲਬ ਇਹਨੂੰ ਹੋਰ ਬੈਟਰ ਸਮਝਣ ਦੀ ਕੋਸ਼ਿਸ਼ ਕਰੀਏ, ਕਿ ਸਮਝ ਜਿੱਦਾਂ ਮੇਰੀ ਬਣ ਰਹੀ ਆ। ਜਿੱਦਾਂ ਹੁਣ ਮੈਨੂੰ ਇਨਫਲੇਸ਼ਨ ਬਾਰੇ ਗੱਲ ਕਰਦਾ, ਵਿੱਚ ਕਈ ਵਰਡ ਮੈਂ ਵੀ ਯੂਜ਼ ਕਰਨ ਲੱਗ ਗਿਆ ਕਿ ਲੌਕਿੰਗ ਪੀਰੀਅਡ। ਪਹਿਲੋਂ ਨਹੀਂ ਤਾਂ ਜਦੋਂ ਪਹਿਲੇ ਦਿਨ ਬੈਠੇ ਸੀ ਤਾਂ ਉਦੋਂ ਕੱਖ ਵੀ ਨਹੀਂ ਪਤਾ ਸੀਗਾ, ਤੇ ਹੁਣ ਹੌਲੀ ਮੈਨੂੰ ਲੱਗਦਾ ਤੁਹਾਡੀ ਸੰਗਤ ਕਰਕੇ ਥੋੜ੍ਹਾ ਜਿਹਾ ਸਮਝ ਤਾਂ ਆਉਣ ਲੱਗ। ਮੈਂ ਸਰ ਟਰਾਈ ਕਰ ਰਿਹਾ ਕਿ ਆਪਾਂ ਇੱਕ ਅਗਲੇ 'ਚ ਹੀ ਸ਼ਾਇਦ ਤੁਹਾਨੂੰ ਇੱਕ ਮਿਊਚੁਅਲ ਫੰਡ, ਤੁਹਾਡੇ ਨਾਲ ਮੈਂ, ਆਪਾਂ ਦੋਨੋਂ 1000 ਰੁਪਏ ਦੀ ਸਿਪ ਤੇ ਸ਼ੁਰੂ ਕਰਦੇ ਹਾਂ। ਸਹੀ ਹੈ। ਟਿਲ ਦੈਟ ਸੀਰੀਜ਼ ਇਹਨਾਂ ਨੂੰ ਰਿਕਾਰਡ ਅਸੀਂ ਸਾਡੇ ਸਾਰੇ ਨਾਲ ਬੈਠ ਕੇ ਦੇਖ ਸਕਦੇ ਨੇ ਕਿ ਸਾਡੇ ਉਹ ਯਾਰ ਦਾ ਕੀ ਬਣਿਆ। ਹਾਂ, ਸਹੀ ਗੱਲ, ਆਪਾਂ ਸ਼ੁਰੂ ਕਰ ਸਕਦੇ। ਬਿਲਕੁਲ। ਮੈਂ ਤਾਂ ਕੋਈ ਐਗਜ਼ਾਮਪਲ ਵੀ ਹੋਊਗੀ ਸਾਡੇ ਲਈ ਵੀ ਹੈ, ਮੈਨੂੰ ਵੀ ਹੈ ਕਿ ਹੁਣ ਅਸੀਂ ਗੱਲਾਂ ਨਹੀਂ ਕਰ ਰਹੇ, ਐਸਾ ਹੀ ਵੀ ਹਾਂ ਕਿ ਅਸੀਂ ਨਾਲ ਕਰਕੇ ਦੇ। ਮੈਂ ਨਹੀਂ ਕਹਿੰਦਾ ਅਸੀਂ ਨਹੀਂ ਸ਼ੁਰੂ ਕਰਾਂਗੇ ਲੱਖ ਤੋਂ, ਮੈਂ ਨਹੀਂ ਸ਼ੁਰੂ ਕਰਾਂਗੇ 10,000 ਰੁਪਏ ਤੋਂ। ਐਨੀਬਡੀ ਕੈਨ ਅਫੋਰਡ ਇਟ, ਕੋਈ ਇਸ਼ੂ ਨਹੀਂ ਹੈ। ਆਈ ਥਿੰਕ 20 ਸਾਲ ਦਾ ਬੱਚਾ ਵੀ ਤੇ 50 ਸਾਲ ਦਾ ਬੰਦਾ ਵੀ 1000 ਰੁਪਏ ਦਾ ਕਰ ਹੀ ਸਕਦਾ। ਦੇ ਵਾਂਟ ਟੂ ਟਰਾਈ, ਦੇ ਕੈਨ। ਸਹੀ ਗੱਲ ਜੀ। ਥੈਂਕ ਯੂ ਸੋ ਮਚ, ਥੈਂਕ ਯੂ, ਸਤਿ ਸ਼੍ਰੀ ਅਕਾਲ। ਥੈਂਕ ਯੂ ਸਰ।